प्रार्थना करदा मैं अज दे वचन दे लई परमेश्वर खुदावंद खुदा कि जो भी प्रभु यीशु मसीह तुसीं अज इस जगह ते करना चाहुंदे हो, इस वचन नूं, इस कलीसिया नूं, अपने आप नूं, अपने लफ्ज़ां नूं, हर एक चीज़ नूं तेरे हत्थां दे विच दे देना परमेश्वर। तेरे ब्लड च कवर कर देना कि तेरी हजूरी दा मसा अज इस जगह ते कुछ बेहतर ते भरपूरी वाला काम करे खुदावंद खुदा। तेरे कलाम दे विचों जो भी असीं पढ़ीए ते बोलीए समझीए अज कुछ बेहतर होवे खुदावंद खुदा। हालेलुया। सचमुच तेरा पाक रूह जिस जगह ते साडा जोर साडा बल बने कि असीं उस चीज़ का एहसास कर पाइए बेहतर तरीके यीशु दे नाम दे विच। आमीन आमीन हालेलुया। एक गाना होर भी है, ਉਹਦੇ ਵਿੱਚ बड़ी एक वधिया आयत, एक बड़ी बड़ी सुंदर लाइन लिखी हुई है। कहता तू अपने दिल नूं खाली कर ते रूहे पाक वास करूगा जे तू करे विश्वास। हालेलुया। अपने दिल नूं खाली कर, ਉਹਦਾ रूह तेरे च वास करूगा, पर जे तू विश्वास करेगा। ਤੇ ਅਸੀਂ ਸਾਰੇ ਵਿਸ਼ਵਾਸ ਕਰਦੇ ਹਾਂ। ਅਸੀਂ ਸਾਰੇ ਅੱਜ ਬੱਚੇ ਨਹੀਂ ਆ ਮਸੀਹ ਦੇ ਵਿੱਚ, ਅਸੀਂ ਸਾਰੇ ਕਾਫੀ ਟਾਈਮ ਤੋਂ ਮਸੀਹ ਦੇ ਵਿੱਚ ਆ। ਤੇ ਅੱਜ ਅਸੀਂ ਜਿਵੇਂ ਟੌਪਿਕ ਦੇ ਵਿੱਚ ਮੈਂ ਕਿਹਾ ਕਿ ਅਸੀਂ ਅੱਜ ਪਵਿੱਤਰ ਆਤਮਾ ਦੀ, ਪਰਮੇਸ਼ਰ ਦੀ ਹਜ਼ੂਰੀ, ਉਹਦੀ ਮਹੱਤਤਾ ਨੂੰ ਦੇਖਾਂਗੇ ਕਿ ਉਹਦੀ ਮਹੱਤਤਾ ਕੀ ਹੈ, ਉਹ ਜ਼ਰੂਰੀ ਕਿਉਂ ਹੈ, ਕੀ ਗੱਲਬਾਤ ਹੈ। ਪਿਛਲੇ ਵੀਰਵਾਰ ਪਾਸਟਰ ਡੈਗੋ ਨੇ ਇੱਕ ਪ੍ਰਚਾਰ ਸ਼ੇਅਰ ਕੀਤਾ ਸੀ ਪਾਲੀ ਮੈਥਕੋ ਦੇ ਵਿੱਚ। ਮੋਸਟਲੀ ਸ਼ਾਇਦ ਭੈਣਾਂ ਭਰਾਵਾਂ ਨੇ ਕਈਆਂ ਨੇ ਸੁਣਿਆ ਵੀ ਹੈ। परमेश्वर ने संदूक के बारे गलबात की सी जो मूसा ने बनाया सीगा। जो परमेश्वर ने अगवाई की सी मूसा नूं कि एक संदूक बना जिहदे विच मेरी हजूरी होवेगी ते जिथे जिथे तुसीं जाओ उहनूं नाल लैके जाया करियो। ते उसे ही तरह वो संदूक दे विच परमेश्वर की हजूरी सी, वो इन्ना क पवित्र सी कि उहनूं अगर कोई छू भी लैंदा तो शायद वो मर सकता सी उस समय ते मरे भी है। ਜਦੋਂ ਅਸੀਂ ਉਸ ਪ੍ਰਚਾਰ ਨੂੰ ਪਾਸੇ ਡੈਗ ਨੂੰ ਸੁਣਿਆ, ਉਹ ਮਰਿਆ ਵੀ ਸੀ ਇੱਕ ਇਨਸਾਨ, ਠੀਕ ਹੈ। ਤੇ ਉਹਨੂੰ ਚੱਕਣ ਲਈ ਵੀ ਸਪੈਸ਼ਲ ਇੱਕ ਲੱਕੜਾਂ ਜਿਹੜੀਆਂ ਸੀਗੀਆਂ ਨਾ ਅੱਗੇ ਨੂੰ ਕਰਕੇ ਲਗਾਈਆਂ ਗਈਆਂ ਸੀ, ਸਿਰਫ ਕਿ ਅਸੀਂ ਉੱਥੋਂ ਹੀ ਫੜ ਕੇ ਉਹਨੂੰ ਚੱਕ ਸਕੀਏ, ਨਾ ਕਿ ਅਸੀਂ ਸੰਦੂਕ ਨੂੰ ਛੂਈਏ। ਪਰ ਅੱਜ ਅਸੀਂ ਚਰਚ ਦੇ ਵਿੱਚ ਆਏ ਹੋਏ ਹਾਂ। ਅੱਜ ਪਰਮੇਸ਼ਰ ਦੀ ਹਜ਼ੂਰੀ ਨੂੰ ਕੌਣ ਕੌਣ ਮੰਨਦਾ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹਾਂ ਜਿਸ ਜਗ੍ਹਾ ਦੇ ਉੱਤੇ? ਕੌਣ ਕੌਣ ਵਿਸ਼ਵਾਸ ਕਰਦਾ ਕਿ ਸਾਡਾ ਦਿਲ ਖਾਲੀ ਹੈ ਤੇ ਅਸੀਂ ਉਹਦੀ ਰੂਹ ਦੇ ਨਾਲ ਭਰਨ ਲਈ ਤਿਆਰ ਹਾਂ? ਕੌਣ ਕੌਣ ਵਿਸ਼ਵਾਸ ਕਰਦਾ? ਹਾਲੇਲੂਇਆ। ਅਸੀਂ ਵਿਸ਼ਵਾਸ ਕਰਦੇ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ ਤੇ ਉਹਦੀ ਪਵਿੱਤਰ ਆਤਮਾ ਸਾਡੀ ਅਗਵਾਈ ਕਰ ਰਹੀ ਹੈ। ਕੀ ਸੱਚਮੁੱਚ ਕਰ ਰਹੀ ਹੈ? ਕੀ ਸੱਚਮੁੱਚ ਕਰ ਰਹੀ ਹੈ? ਕੁਐਸਚਨ ਹੈ, ਸਭ ਦੇ ਲਈ ਹੈ, ਮੇਰੇ ਲਈ ਵੀ ਹੈ ਕਿ ਉਹ ਸੱਚਮੁੱਚ ਕਰ ਰਹੀ ਹੈ। ਕਿਉਂਕਿ ਕਲਾਮ ਪਰਮੇਸ਼ਰ ਦਾ ਕਹਿੰਦਾ, ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਮੈਂ ਆਪਣਾ ਸਹਾਇਕ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਕਿ ਉਹ ਤੁਹਾਡੀ ਅਗਵਾਈ ਕਰੇ। ਪਰਮੇਸ਼ਰ ਦੇ ਵੱਲੋਂ ਕਲਾਮ ਸੱਚਾ ਠਹਿਰਦਾ ਹੈ। ਤੇ ਹੁਣ ਕਮੀਆਂ ਕਿੱਥੇ ਹੁੰਦੀਆਂ ਨੇ? ਅੱਜ ਅਸੀਂ ਦੋ ਕਹਾਣੀਆਂ ਨੂੰ ਇਹਦੇ ਵਿੱਚ ਦੇਖਾਂਗੇ। ਸੰਦੂਕ ਦੇ ਰਿਲੇਟਡ ਹੀ ਜੋ ਪਰਮੇਸ਼ਰ ਦੀ ਹਜ਼ੂਰੀ ਨੂੰ ਦੁਹਰਾਉਂਦਾ, ਸਾਨੂੰ ਦਿਖਾਉਂਦਾ ਕਿ ਹਾਂ ਉਹਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਸੀ। ਉਹਦੇ ਵਿੱਚ ਅਸੀਂ ਦੋ ਗੱਲਾਂ ਬਾਤਾਂ ਬਾਰੇ ਅੱਜ ਦੇਖਾਂਗੇ। ਦੋ ਇਨਸਾਨ ਸੀ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਪਰਮੇਸ਼ਰ ਦੀ ਹਜ਼ੂਰੀ ਸੀ ਜਿਹੜੀ ਇਜ਼ਰਾਈਲੀਆਂ ਤੋਂ ਦੂਰ ਹੋਈ, ਤੇ ਇੱਕ ਇਨਸਾਨ ਸੀ ਜਿਹਦੀ ਵਜ੍ਹਾ ਦੇ ਕਰਕੇ ਉਹ ਪਰਮੇਸ਼ਰ ਦੀ ਹਜ਼ੂਰੀ ਇਜ਼ਰਾਈਲੀਆਂ ਦੇ ਕੋਲੇ ਫਿਰ ਤੋਂ ਵਾਪਸ ਆਈ। ਹਾਲੇਲੂਇਆ। ਤੇ ਅਸੀਂ ਅੱਜ ਜਦੋਂ ਲਾਸਟ ਤੱਕ ਜਾਵਾਂਗੇ, ਲਾਸਟ ਤੱਕ ਜਾਂਦੇ ਜਾਂਦੇ ਅਸੀਂ ਦੇਖਾਂਗੇ ਕਿ ਅਸੀਂ ਉਹਨਾਂ ਦੋ ਵਰਗੇ ਨਹੀਂ ਬਣਨਾ, ਅਸੀਂ ਉਸ ਇੱਕ ਵਰਗੇ ਬਣਨਾ। ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਦੀ ਪਾਕ ਰੂਪ ਪਵਿੱਤਰ ਆਤਮਾ ਇੱਥੇ ਇੱਕ ਇੱਕ ਨੂੰ ਛੂ ਕੇ ਉਸ ਕਲਾਮ ਦੇ ਦੌਰਾਨ ਦੱਸੇਗੀ ਅਗਰ ਸਾਡੇ 'ਚ ਕੋਈ ਕਮੀ ਹੋਏਗੀ ਕਿ ਅਸੀਂ ਉਸ ਨੂੰ ਦੂਰ ਕਰੀਏ। ਅਸੀਂ ਕਿਸੇ ਤੋਂ ਜਾਂ ਕਲੀਸਿਆ ਤੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਦੂਰ ਲੈ ਕੇ ਜਾਣ ਦਾ ਕਾਰਨ ਨਾ ਬਣੀਏ, ਬਣ ਕੇ ਪਰਮੇਸ਼ਰ ਦੀ ਹਜ਼ੂਰੀ ਨੂੰ ਭਵਨ ਦੇ ਵਿੱਚ ਲੈ ਕੇ ਆਉਣ ਦਾ ਕਾਰਨ ਬਣੀਏ। ਕੌਣ ਕੌਣ ਵਿਸ਼ਵਾਸ ਕਰਦਾ ਕਿ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਭਵਨ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਵਿਸ਼ਵਾਸ ਕਰਦੇ ਹੋ? ਕੌਣ ਕੌਣ ਵਿਸ਼ਵਾਸ ਕਰਦਾ ਇਸ ਚੀਜ਼ ਨੂੰ? ਤੇ ਕੌਣ ਵਿਸ਼ਵਾਸ ਕਰਦਾ ਕਿ ਦੂਰ ਹੀ ਹਜ਼ੂਰੀ ਹੈ ਜਿਹੜੀ ਦੂਰ ਜਾਵੇ? ਕੋਈ ਵੀ ਨਹੀਂ ਕਰਦਾ, ਪਰ ਅਸੀਂ ਜਾਣੇ ਅਣਜਾਣੇ 'ਚ ਕਰ ਦਿੰਦੇ ਹਾਂ। ਹਾਲੇਲੂਇਆ। ਸੋ ਅਸੀਂ ਕਲਾਮ ਦੇ ਵਿੱਚੋਂ ਦੇਖਦੇ ਹਾਂ 1 ਸੈਮੂਅਲ ਦਾ 4 ਚੈਪਟਰ। ਮੈਂ ਉਹਨੂੰ ਸਾਰੇ ਨੂੰ ਨਹੀਂ ਪੜਾਂਗਾ, ਤੁਸੀਂ ਘਰੇ ਜਾ ਕੇ ਪੜ੍ਹਿਓ 1 ਸੈਮੂਅਲ ਦਾ 4 ਚੈਪਟਰ। ਮੈਂ ਤੁਹਾਨੂੰ ਬਰੀਫਲੀ ਇੱਕ ਕਹਾਣੀ ਦੱਸ ਦੇਣਾ ਕਿ ਫਲਿਸਤੀ ਸੀਗੇ ਜਦੋਂ ਇਜ਼ਰਾਈਲੀਆਂ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ ਸੀਗਾ, ਤਾਂ ਉਸ ਸਮੇਂ ਇਜ਼ਰਾਈਲੀਆਂ ਦਾ ਪੂਰਾ ਵਿਸ਼ਵਾਸ ਸੀ ਜਿਹੜਾ ਯਹੋਵਾ ਦੇ ਉੱਤੇ ਸੀਗਾ। ਪੂਰਾ ਵਿਸ਼ਵਾਸ ਕਿਹਦੇ ਉੱਤੇ ਸੀਗਾ? ਕਿਹਦੇ ਉੱਤੇ ਸੀਗਾ? ਯਹੋਵਾ ਦੇ ਉੱਤੇ। ਪਰ ਹੋਇਆ ਕੀ? ਜਦੋਂ ਫਲਿਸਤੀਆਂ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ, ਉਹਨਾਂ ਨੇ ਉਹਨਾਂ ਦੇ ਮਨੁੱਖਾਂ ਨੂੰ ਵੱਢ ਸੁੱਟਿਆ ਤੇ ਉਹ ਬਿਲਕੁਲ ਹਾਰ ਦੇ ਕੰਗਾਲ ਤੇ ਸੀ। ਉਸ ਤੋਂ ਬਾਅਦ ਇਜ਼ਰਾਈਲੀਆਂ ਨੂੰ ਯਾਦ ਆਇਆ ਕਿ ਪਰਮੇਸ਼ਰ ਦੀ ਹਜ਼ੂਰੀ ਦਾ ਜਿਹੜਾ ਸੰਦੂਕ ਹੈ ਉਹ ਸਾਡੇ ਤੋਂ ਦੂਰ ਹੈ, ਕਿ ਉਹਨੂੰ ਉਹਦੇ ਭਵਨ ਦੇ ਵਿੱਚ ਯਰੂਸ਼ਲਮ 'ਚ ਲੈ ਕੇ ਆਂਦਾ ਜਾਵੇ। ਉਹ ਲੈ ਕੇ ਵੀ ਆਏ। ਉਹ ਸੰਦੂਕ ਨੂੰ
ਉਹ ਯਰੂਸ਼ਲਮ ਦੇ ਵਿੱਚ ਲੈ ਕੇ ਵੀ ਆਏ ਤੇ ਉਹਨਾਂ ਨੇ ਯਕਾਰੇ ਮਾਰੇ, ਹਾਲੇਲੂਇਆ ਨਾਰੇ ਵੀ ਲਾਏ, ਸਭ ਕੁਝ ਕੀਤਾ। ਫਿਲਿਸਤੀਆਂ ਨੇ ਉਸ ਚੀਜ਼ ਨੂੰ ਸੁਣਿਆ ਵੀ ਕਿ ਹਾਂ ਕੁਝ ਉੱਥੇ ਹੋ ਰਿਹਾ ਹੈ। ਤੇ ਉਹ ਜਦੋਂ ਪਤਾ ਲੱਗਾ ਕੀ ਹੈ, ਤੇ ਉਸ ਸਮੇਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸੰਦੂਕ ਦੀ ਗੱਲ ਹੈ। ਉਹ ਸੰਦੂਕ ਹੈ ਜਿਹਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਹੈ। ਇਹ ਉਹੀ ਯਹੋਵਾ ਹੈ ਜਿਹਨੇ ਮਿਸਰ ਦੇ ਵਿੱਚ ਉਹਨਾਂ ਨੂੰ ਬਵਾ ਦੇ ਨਾਲ ਮਾਰ ਦਿੱਤਾ ਤੇ ਇਜ਼ਰਾਈਲੀਆਂ ਨੂੰ ਉਹਨਾਂ ਦੇ ਪ੍ਰੋਮਿਸ ਲੈਂਡ ਤੇ ਲੈ ਕੇ ਆਇਆ। ਫਿਲਿਸਤੀਆਂ ਨੂੰ ਪਤਾ ਚੱਲਿਆ ਕਿ ਇਹ ਉਹੀ ਯਹੋਵਾ ਹੈ ਜਿਹੜਾ ਮਿਸਰ ਦੇ ਵਿੱਚ ਮਿਸਰੀਆਂ ਨੂੰ ਬਵਾ ਦੇ ਨਾਲ ਮਾਰ ਦਿੱਤਾ ਤੇ ਇਜ਼ਰਾਈਲੀਆਂ ਨੂੰ ਉਸ ਜਗ੍ਹਾ ਤੋਂ ਸਹੀ ਸਲਾਮਤ ਆਪਣੇ ਪ੍ਰੋਮਿਸ ਲੈਂਡ, ਆਪਣੀ ਵਾਅਦੇ ਦੀ ਧਰਤੀ ਤੇ ਲੈ ਕੇ ਆਇਆ। ਪਰ ਉਸ ਦੇ ਵਿੱਚ ਜੋ ਉਸ ਸੰਦੂਕ ਨੂੰ ਲੈਣ ਗਏ ਸੀਗੇ ਉਹ ਕੌਣ ਸੀਗੇ? ਕਿਉਂਕਿ ਸੰਦੂਕ ਨੂੰ ਲੈ ਕੇ ਵੀ ਆਏ, ਜਕਾਰੇ ਵੀ ਮਾਰੇ, ਫਿਲਿਸਤੀਆਂ ਦੇ ਮਨਾਂ 'ਚ ਡਰ ਵੀ ਆਇਆ ਕਿ ਯਹੋਵਾ ਜਿਹੜਾ ਇੰਨੇ ਵੱਡੇ ਮਿਸਰ ਦੇ ਵਿੱਚੋਂ ਇਜ਼ਰਾਈਲੀਆਂ ਨੂੰ ਲੈ ਕੇ ਆ ਸਕਦਾ ਹੈ, ਅਸੀਂ ਤੇ ਬਹੁਤ ਥੋੜੇ ਹਾਂ, ਸਾਨੂੰ ਵੀ ਮਾਰ ਸਕਦਾ। ਪਰ ਫਿਲਿਸਤੀਆਂ ਦੇ ਮਨ 'ਚ ਫਿਰ ਵੀ ਤਕੜਾਈ ਆਈ, ਡਰ ਨਹੀਂ ਆਇਆ, ਉਹ ਡਰੇ ਨਹੀਂ। ਉਹ ਕਹਿੰਦੇ ਸੀ ਵਿਸ਼ਵਾਸ ਨਾਲ ਕੀ ਆ, ਹਮਲਾ ਕਰਾਂਗੇ, ਕਰਦੇ ਜਾਵਾਂਗੇ। ਤੇ ਫਿਲਿਸਤੀ ਫਿਰ ਜਿੱਤ ਗਈ ਤੇ ਉਹਨਾਂ ਨੇ ਉਸ ਸੰਦੂਕ ਨੂੰ ਵੀ ਲੁੱਟ ਲਿਆ। ਪਰਮੇਸ਼ਰ ਦੀ ਹਜ਼ੂਰੀ ਜਿਹੜੇ ਸੰਦੂਕ ਦੇ ਵਿੱਚ ਸੀ, ਜਿਹਦੇ ਵਿੱਚ ਉਹ ਵਿਸ਼ਵਾਸ ਕਰਦੇ ਸੀ, ਫਿਲਿਸਤੀਆਂ ਨੇ ਉਸ ਨੂੰ ਵੀ ਲੁੱਟ ਲਿਆ। ਇਦਾਂ ਕਿੱਦਾਂ ਸੰਭਵ ਹੋ ਗਿਆ? ਉਹ ਤਾਂ ਵਿਸ਼ਵਾਸ ਕਰਦੇ ਸੀ, ਉਹ ਤਾਂ ਸਪੈਸ਼ਲ ਲੈ ਕੇ ਵੀ ਇਸ ਕਰਕੇ ਆਏ ਸੀ ਕਿ ਪਰਮੇਸ਼ਰ ਦੀ ਹਜ਼ੂਰੀ ਸਾਡੇ ਨਾਲ ਹੋਊਗੀ। ਜੋ ਅਸੀਂ ਫਿਲਿਸਤੀਆਂ ਦੇ ਅੱਗੇ ਹਾਰ ਰਹੇ ਹਾਂ, ਸ਼ਾਇਦ ਹੁਣ ਜਿੱਤਾਂਗੇ। ਪਰ ਫਿਰ ਵੀ ਹਾਰ ਗਏ। ਤੇ ਇਕੱਲੇ ਉਹ ਹਾਰੇ ਨਹੀਂ, ਬਲਕਿ ਉਹਨਾਂ ਨੇ ਉਹ ਸੰਦੂਕ ਸੀ ਜਿਹੜਾ ਪਰਮੇਸ਼ਰ ਦੀ ਹਜ਼ੂਰੀ ਦਾ, ਉਹਨੂੰ ਵੀ ਗਵਾ ਲਿਆ। ਗਵਾਇਆ ਪਤਾ ਕਿਉਂ? ਉਹਨੂੰ ਲੈਣ ਦੋ ਇਨਸਾਨ ਗਏ ਸੀਗੇ। ਕੌਣ ਸੀਗੇ ਉਹ? ਉਹ ਏਲੀ ਦੇ ਪੁੱਤਰ ਸੀਗੇ ਦੋਨੋਂ। ਜਦੋਂ ਅਸੀਂ ਚੌਥੀ ਐਚ ਪੜ੍ਹਦੇ ਹਾਂ ਨਾ, ਕਹਿੰਦਾ ਸੋ ਉਹਨਾਂ ਨੇ ਸਿਲੋਹ ਵਿੱਚ ਲੋਕ ਘੱਲੇ ਜੋ ਸੈਨਾ ਦੇ ਯਹੋਵੇ ਦੇ ਨੇਮ ਦਾ ਸੰਦੂਕ ਨੂੰ ਜੋ ਦੋਹੇ ਕਰੂਬਿਆਂ ਦੇ ਵਿਚਕਾਰ ਟਿਕਦਾ ਹੈ ਉੱਥੇ ਲੈ ਆਉਣ। ਤੇ ਏਲੀ ਦੇ ਦੋਵੇਂ ਪੁੱਤਰ ਹਾਫਨੀ ਅਤੇ ਫਿਨਹਾਸ ਪਰਮੇਸ਼ਰ ਦੇ ਨੇਮ ਦਾ ਸੰਦੂਕ ਕੋਲ ਉੱਥੇ ਸਨ। ਉਹ ਲੈ ਕੇ ਆਏ, ਉਹ ਨਾਲ ਸੀਗੇ। ਤੁਹਾਨੂੰ ਏਲੀ ਦੇ ਪੁੱਤਰਾਂ ਦੀ ਕਹਾਣੀ ਦੇ ਬਾਰੇ ਪਤਾ ਕਿ ਉਹ ਪਾਬੰਦੀ ਵਿੱਚ ਕੀ ਕਰਦੇ ਹੁੰਦੇ ਸੀਗੇ। ਉਹ ਜੋ ਵੀ ਉੱਥੇ ਦਸਵੰਧ ਲੈ ਕੇ ਆਉਂਦਾ ਸੀ ਉਹ ਆਪਣੇ ਲਈ ਕੱਢਦੇ ਸੀ। ਉੱਥੋਂ ਦੀ ਜਿਹੜੀਆਂ ਕੁੜੀਆਂ ਸੀ ਜਾਂ ਕੋਈ ਵੀ ਉੱਥੇ ਸੇਵਾ ਕਰਨ ਆਉਂਦਾ ਸੀ ਉਹਨਾਂ ਦੇ ਨਾਲ ਉਹ ਜਨਾਹ ਕਰਦੇ ਸੀ, ਗਲਤ ਕੰਮ ਕਰਦੇ ਸੀ, ਹਰ ਇੱਕ ਦੇ ਨਾਲ ਉਹ ਕਰਦੇ ਸੀ। ਈਵਨ ਕਿ ਇੱਥੋਂ ਤੱਕ ਕਿ ਏਲੀ ਨੇ ਵੀ ਉਹਨੂੰ ਨਹੀਂ ਰੋਕਿਆ, ਦੇਖਦੇ ਹੋਏ ਵੀ ਉਹਨਾਂ ਨੂੰ ਕੀ ਇਗਨੋਰ ਮਾਰਿਆ। ਉਹ ਸਭ ਕੁਝ ਕਰ ਰਹੇ ਸੀ ਕਿ ਉਹ ਇਸ ਕਾਬਲ ਸੀਗੇ ਕਿ ਉਹ ਨੇਮ ਦੇ ਸੰਦੂਕ ਨੂੰ ਲਿਆ ਕੇ ਫਿਲਿਸਤੀਆਂ ਨੂੰ ਹਰਾ ਸਕਦੇ ਸੀ। ਤੁਹਾਨੂੰ ਸਵਾਲ ਪੁੱਛ ਰਿਹਾ ਮੈਂ, ਕੀ ਉਹ ਕਾਬਲ ਸੀਗੇ? ਸਭ ਕੁਝ ਗਲਤ ਕਰਦੇ ਹੋਏ ਕੀ ਉਹ ਇਸ ਕਾਬਲ ਸੀਗੇ ਕਿ ਪਰਮੇਸ਼ਰ ਦੀ ਹਜ਼ੂਰੀ ਜਿਸ ਦੇ ਵਿੱਚ ਵਿਸ਼ਵਾਸ ਕਰਦੇ ਆ ਉਹ ਲੈ ਕੇ ਫਿਲਿਸਤੀਆਂ ਨੂੰ ਹਰਾ ਸਕਣ? ਨਹੀਂ, ਉਹ ਕਦੇ ਵੀ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਉਹਨਾਂ ਨੇ ਚੰਗਾ ਕੀਤਾ ਹੀ ਨਹੀਂ ਸੀਗਾ, ਗਲਤ ਕਰ ਰਹੇ ਸੀ। ਤੇ ਉਸ ਸਮੇਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਲਿਆ ਕੇ ਕੁਝ ਕਰ ਸਕਾਂਗੇ। ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਪੂਰੇ ਇਜ਼ਰਾਈਲ ਦੇ ਉੱਤੇ ਉਸ ਚੀਜ਼ ਦਾ ਕਸ਼ਟ ਲੈ ਕੇ ਆਂਦਾ। ਸਿਰਫ ਦੋ ਇਨਸਾਨਾਂ ਨੇ ਪੂਰੇ ਇਜ਼ਰਾਈਲ ਦੇ ਉੱਤੇ ਕਸ਼ਟ ਲੈ ਕੇ ਆਂਦਾ, ਇਸ ਚੀਜ਼ ਦਾ ਕਸ਼ਟ ਲੈ ਕੇ ਆਂਦਾ ਕਿ ਉਹ ਫਿਲਿਸਤੀਆਂ ਦੇ ਅੱਗੇ ਹਾਰ ਗਏ ਤੇ ਨੇਮ ਦਾ ਸੰਦੂਕ ਵੀ ਉਹਨਾਂ ਦੇ ਹੱਥੀਂ ਗਵਾ ਬੈਠੇ ਤੇ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਉਹ ਫਿਲਿਸਤੀ ਉਹਨੂੰ ਲੈ ਗਏ। ਕਿਉਂ? ਕਿਉਂਕਿ ਉਹ ਹਾਰ ਗਏ ਸੀਗੇ, ਉਹਨਾਂ ਨੇ ਘੁਟਨੇ ਟੇਕ ਦਿੱਤੇ ਸੀਗੇ। ਕਿਉਂਕਿ ਪਰਮੇਸ਼ਰ ਦੀ ਹਜ਼ੂਰੀ ਨੇ ਕੰਮ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਹਨਾਂ ਦੇ ਵਿੱਚ, ਸਾਡੇ ਵਿੱਚ, ਅਸੀਂ ਵੀ ਸੀਗੇ ਇੱਕ ਤਰ੍ਹਾਂ ਦੇ, ਕਿ ਉੱਥੇ ਉਹਨਾਂ ਦੇ ਵਿੱਚ ਕਮੀਆਂ ਸੀਗੀਆਂ। ਤੇ ਪਰਮੇਸ਼ਰ ਦਾ ਕੰਮ ਕਿਸ ਤਰ੍ਹਾਂ ਹੁੰਦਾ ਜਾਂ ਉਹਦੀ ਹਜ਼ੂਰੀ ਉਸ ਤਰੀਕੇ ਕਿਸ ਤਰ੍ਹਾਂ ਕੰਮ ਕਰਦੀ। ਉਸ ਸਮੇਂ ਨੇਮ ਦੇ ਸੰਦੂਕ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਦੀ ਮਹੱਤਤਾ ਨੂੰ ਦਰਸਾਇਆ ਗਿਆ ਕਿ ਹਾਂ ਇਸ ਸੰਦੂਕ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਸੀ। ਤਾਂ ਜਿੱਥੇ ਜਿੱਥੇ ਲੈ ਕੇ ਵੀ ਜਾਂਦੇ ਸੀ ਉਹ ਜਿੱਤਦੇ ਵੀ ਸੀ। ਕਿਉਂਕਿ ਜਦੋਂ ਫਿਲਿਸਤੀਆਂ ਨੇ ਉਸ ਸਮੇਂ ਤੇ ਹਮਲਾ ਕੀਤਾ ਸੀ, ਉਸ ਸਮੇਂ ਤੇ ਇਜ਼ਰਾਈਲੀਆਂ ਦੇ ਉੱਤੇ ਕੋਈ ਵੀ ਜਿਹੜਾ ਪਾਤਸ਼ਾਹ ਨਹੀਂ ਸੀਗਾ। ਉਸ ਸਮੇਂ ਤੇ ਕੋਈ ਪਾਤਸ਼ਾਹ ਨਹੀਂ ਸੀ। ਸਾਊਲ, ਦਾਊਦ, ਸਾਰੇ ਜਿੰਨੇ ਵੀ ਪਾਤਸ਼ਾਹ ਹੋਏ ਨੇ ਉਸ ਤੋਂ ਬਾਅਦ ਆਏ ਨੇ। ਉਸ ਸਮੇਂ ਕੋਈ ਵੀ ਨਹੀਂ ਸੀ, ਕਿਉਂਕਿ ਇਜ਼ਰਾਈਲੀਆਂ ਨੂੰ ਪਰਮੇਸ਼ਰ ਨੇ ਇਸ ਤਰੀਕੇ ਬਣਾਇਆ ਸੀ ਕਿ ਮੇਰੀ ਹਜ਼ੂਰੀ ਤੁਹਾਡੇ ਨਾਲ ਹੈ, ਤੁਸੀਂ ਆਜ਼ਾਦੀ ਨਾਲ ਜਿੱਥੇ ਜਾਓ, ਤੁਹਾਡੇ ਤੇ ਕੋਈ ਰਾਜ ਨਾ ਕਰੇ। ਇਸ ਤਰੀਕੇ ਬਣਾਇਆ ਸੀਗਾ। ਪਰ ਉਹਨਾਂ ਦੋ ਇਨਸਾਨਾਂ ਦੀ ਵਜ੍ਹਾ ਕਰਕੇ, ਕਿਉਂਕਿ ਏਲੀ ਉਸ ਸਮੇਂ ਦਾ ਇੱਕ ਜਾਜਕ ਸੀਗਾ ਤੇ ਉਹਨੇ ਵੀ ਨਾ ਰੋਕਿਆ, ਹੋਇਆ ਕੀ? ਪਰਮੇਸ਼ਰ ਦੀ ਹਜ਼ੂਰੀ ਤਾਂ ਉਹਨਾਂ ਨੇ ਗਵਾਈ। ਉਹ ਦੋਨੇ ਮਾਰੇ ਵੀ ਗਏ ਤੇ ਨਾਲ ਆਪਣੇ ਪਿਤਾ ਦੀ ਵੀ ਮੌਤ ਦਾ ਕਾਰਨ ਬਣੇ। ਉਸ ਤੋਂ ਬਾਅਦ ਪੂਰੇ ਇਜ਼ਰਾਈਲ ਦਾ ਵੀ ਕਾਰਨ ਬਣੇ। ਸਿਰਫ ਤੇ ਸਿਰਫ ਇੱਕੋ ਹੀ ਗੱਲ ਕਰਕੇ ਕਿ ਉਹਨਾਂ ਨੇ ਸਹੀ ਨਹੀਂ ਕੀਤਾ। ਪਹਿਲਾਂ ਆਪ ਮਰੇ, ਪਿਤਾ ਮਰਿਆ ਤੇ ਪੂਰਾ ਇਜ਼ਰਾਈਲੀ ਵੀ ਫਿਲਿਸਤੀਨ ਦੇ ਅੱਗੇ ਹਾਰ ਗਿਆ ਤੇ ਸੰਦੂਕ ਵੀ ਗਵਾ ਬੈਠੇ। ਸੋ ਹੁਣ ਸੋਚੋ, ਉਸ ਸਮੇਂ ਉਹ ਨੇਮ ਦਾ ਸੰਦੂਕ ਪਵਿੱਤਰ ਆਤਮਾ ਇੱਕ ਤਰ੍ਹਾਂ ਦੀ, ਕਹਿੰਦੇ ਪਰਮੇਸ਼ਰ ਦੀ ਹਜ਼ੂਰੀ ਨੂੰ ਦਰਸਾਉਂਦਾ ਸੀ। ਪਰ ਜਦੋਂ ਪ੍ਰਭੂ ਯਿਸੂ ਮਸੀਹ ਆਏ
ਜਿਵੇਂ ਮੈਂ ਵਚਨ ਦੇ ਵਿੱਚ ਸ਼ੁਰੂ 'ਚ ਕਿਹਾ ਕਿ ਉਹਨੇ ਸਾਡੇ ਨਾਲ ਵਾਅਦਾ ਕੀਤਾ ਕਿ ਮੈਂ ਪਾਕ ਰੂਪ ਪਵਿੱਤਰ ਆਤਮਾ ਨੂੰ ਤੁਹਾਨੂੰ ਵਾਅਦੇ ਦੇ ਤੌਰ ਤੇ ਦੇਣਾ ਜਦੋਂ ਮੈਂ ਜਾਊਂਗਾ। ਅੱਜ ਜੋ ਸਾਡੇ ਅੰਦਰ ਹੈ, ਉਹਦੀ ਰੂਹ ਅੰਦਰ ਹੈ। ਤੇ ਅਗਰ ਅੱਜ ਅਸੀਂ ਕੁਝ ਸਹੀ ਨਹੀਂ ਕਰ ਰਹੇ ਹਾਂ, ਅਗਰ ਕੁਝ ਅਸੀਂ ਸਹੀ ਨਹੀਂ ਕਰਾਂਗੇ, ਤੇ ਪਵਿੱਤਰ ਆਤਮਾ ਕਿਸ ਤਰ੍ਹਾਂ ਸਾਨੂੰ ਗਾਈਡ ਕਰੇਗੀ? ਕਿਸ ਤਰੀਕੇ ਅਸੀਂ ਕਿਸੇ ਤੋਂ ਜਿੱਤ ਸਕਾਂਗੇ, ਜਾਂ ਕਿਸ ਤਰੀਕੇ ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਕਵਾਂਗੇ ਕਿ ਪਰਮੇਸ਼ਰ ਦੀ ਹਜ਼ੂਰੀ ਨੇ ਕੁਝ ਨਹੀਂ ਕੀਤਾ? ਪਰਮੇਸ਼ਰ ਦੀ ਹਜ਼ੂਰੀ ਦਾ ਕਸੂਰ ਨਹੀਂ ਆ, ਜਾਂ ਪਵਿੱਤਰ ਆਤਮਾ ਦਾ ਕਸੂਰ ਨਹੀਂ ਆ। ਕਦੇ ਤੁਸੀਂ ਇਸ ਚੀਜ਼ ਦਾ ਅਹਿਸਾਸ ਕੀਤਾ? ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਮੈਂ ਸਭ ਨੂੰ, ਮੈਨੂੰ ਆਪਣੇ ਆਪ ਨੂੰ ਵੀ। ਕਦੇ ਤੁਸੀਂ ਕਮਰੇ 'ਚ ਇਕੱਲੇ ਬੈਠੇ ਹੋ? ਸਵਾਲ ਹੈ, ਮੈਂ ਐਕਸਪੀਰੀਅੰਸ ਕੀਤਾ, ਸਭ ਲਈ ਹੈ, ਮੇਰੇ ਲਈ ਵੀ ਹੈ। ਕਦੇ ਤੁਸੀਂ ਇੱਕ ਚੀਜ਼ ਦਾ ਅਹਿਸਾਸ ਕੀਤਾ? ਕਦੇ ਕਮਰੇ 'ਚ ਬੈਠੇ ਹੋਵੋਗੇ, ਕਦੇ ਐਦਾਂ ਹੀ ਪ੍ਰਾਰਥਨਾ ਦੇ ਮਾਹੌਲ 'ਚ ਨਹੀਂ, ਸਿੰਪਲ ਵੀ ਬੈਠੇ ਹੋਵੋਗੇ, ਸਿੰਪਲ ਬੈਠੇ ਹੋਵੋਗੇ, ਇਕੱਲੇ ਇੱਕ ਸੋਚ ਦੇ ਵਿੱਚ ਹੋਵੋਗੇ। ਅਗਰ ਤੁਸੀਂ ਕੁਝ ਸਹੀ ਨਹੀਂ ਕੀਤਾ, ਇਹ ਸੱਚਾਈ ਹੈ, ਆਪਣੇ ਕੋਲੇ ਰੱਖੋ, ਦੱਸਣ ਦੀ ਲੋੜ ਨਹੀਂ। ਕਿਉਂਕਿ ਮੈਂ ਅਹਿਸਾਸ ਕੀਤਾ ਜਦੋਂ ਮੈਂ ਕੁਝ ਸਹੀ ਨਹੀਂ ਸੀ ਕਰ ਰਿਹਾ, ਤਾਂ ਮੈਨੂੰ ਬਾਰ-ਬਾਰ ਇੱਕ ਆਵਾਜ਼ ਆਉਂਦੀ ਸੀ, ਇੱਕ ਗੱਲਬਾਤ ਹੁੰਦੀ ਸੀ ਮੇਰੇ ਨਾਲ ਕਿ ਡੇਵਿਡ ਦਵਿੰਦਰ, ਇਹ ਆਹ ਚੀਜ਼ ਤੂੰ ਸਹੀ ਨਹੀਂ ਕਰ ਰਿਹਾ। ਆਉਂਦੀ ਹੈ ਇਹ, ਕੋਈ ਇਸ ਚੀਜ਼ ਤੋਂ ਮੁੱਕਰ ਨਹੀਂ ਸਕਦਾ, ਕਿਉਂਕਿ ਪਵਿੱਤਰ ਆਤਮਾ ਸਾਨੂੰ ਦਰਸਾਉਂਦੀ ਹੈ। ਕਿਉਂਕਿ ਮੈਂ ਅਹਿਸਾਸ ਕੀਤਾ ਜਦੋਂ ਮੈਂ ਕਮਰੇ 'ਚ ਇਕੱਲਾ ਪੈਂਦਾ ਸੀ, ਅਗਰ ਮੈਂ ਕੁਛ ਕਿਸੇ ਨੂੰ ਮੰਦਾ ਵੀ ਬੋਲ ਦਿੱਤਾ, ਗੁੱਸੇ 'ਚ ਆ ਕੇ ਪੂਰੇ 'ਚ ਰੂਡਲੀ ਬੋਲ ਦਿੱਤਾ, ਪੂਰਾ ਮੰਦਾ ਬੋਲ ਦਿੱਤਾ, ਘਰੇ ਜਾਊਂਗਾ, ਮੈਂ ਇਕੱਲਾ ਬੈਠੂੰਗਾ, ਸ਼ਾਇਦ ਜੇ ਮੈਂ ਪ੍ਰਾਰਥਨਾ ਵੀ ਨਹੀਂ ਕੀਤੀ ਹੋਊਗੀ, ਕਿਉਂਕਿ ਪਵਿੱਤਰ ਆਤਮਾ ਮੇਰੇ ਅੰਦਰ ਹੈ, ਉਹ ਮੈਨੂੰ ਬਾਰ-ਬਾਰ ਟੌਂਟ ਮਾਰਦੀ ਹੈ, ਆ ਤੂੰ ਸਹੀ ਨਹੀਂ ਕਰਕੇ ਆਇਆ, ਆ ਤੂੰ ਸਹੀ ਨਹੀਂ ਕੀਤਾ, ਆਹ ਸਹੀ ਨਹੀਂ ਸੀਗਾ। ਤੂੰ ਉਹਦੇ ਨਾਲ ਬਹਿਸ ਬਸਾਈ ਕੀਤੀ, ਚਾਹੇ ਗਲਤੀ ਉਹਦੀ ਸੀ ਚਾਹੇ ਨਹੀਂ ਸੀ, ਪਰ ਤੂੰ ਇਹ ਗਲਤੀ ਕੀਤੀ ਹੈ। ਇਸ ਚੀਜ਼ ਦਾ ਅਹਿਸਾਸ ਸਾਨੂੰ ਪਵਿੱਤਰ ਆਤਮਾ ਕਰਾਉਂਦੀ ਹੈ। ਕਿਸੇ ਨੇ ਅਹਿਸਾਸ ਕੀਤਾ ਇਸ ਚੀਜ਼ ਦਾ? ਕੀਤਾ ਅਹਿਸਾਸ? ਕਿਉਂਕਿ ਪਰਮੇਸ਼ਰ ਦਾ ਵਾਅਦਾ ਸੱਚਾ ਠਹਿਰਦਾ ਹੈ ਕਿ ਪਵਿੱਤਰ ਆਤਮਾ ਸਾਡੇ ਅੰਦਰ ਹੈ। ਜਦੋਂ ਅਸੀਂ ਕੁਝ ਗਲਤ ਕਰਦੇ ਹਾਂ, ਉਹ ਸਾਨੂੰ ਦੱਸਦੀ ਹੈ ਕਿ ਆਹ ਚੀਜ਼ ਗਲਤ ਹੈ, ਆਹ ਚੀਜ਼ ਨਾ ਕਰ। ਪਰ ਅਸੀਂ ਕਈ ਵਾਰ ਕੀ ਕਰਦੇ ਹਾਂ? ਇਗਨੋਰ ਮਾਰਦੇ ਹਾਂ ਕਿ ਨਹੀਂ ਇਹ ਮੇਰੇ ਮਨ ਦਾ ਵਹਿਮ ਹੈ, ਇਹ ਮੇਰੇ ਮਨ ਦਾ ਭਰਮ ਹੈ, ਸ਼ਾਇਦ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਆ। ਪਰ ਐਕਚੁਅਲੀ 'ਚ ਉਸ ਸਮੇਂ ਪਵਿੱਤਰ ਆਤਮਾ ਸਾਡੇ ਮਨ ਦੇ ਵਿੱਚ ਉਹ ਟੌਂਟ ਮਾਰ ਰਹੀ ਹੁੰਦੀ ਹੈ, ਤੂੰ ਗਲਤ ਕੀਤਾ, ਤੂੰ ਗਲਤ ਕੀਤਾ, ਇਹ ਚੀਜ਼ ਸਹੀ ਨਹੀਂ ਸੀਗੀ। ਉਸ ਸਮੇਂ ਪਰਮੇਸ਼ਰ ਦੀ ਹਜ਼ੂਰੀ ਚਲੀ ਗਈ ਇਜ਼ਰਾਈਲੀਆਂ ਤੋਂ, ਸਭ ਕੁਝ ਉਹਨਾਂ ਦਾ ਖਤਮ ਹੋ ਗਿਆ ਇੱਕ ਤਰ੍ਹਾਂ ਦਾ। ਫਲਿਸਤੀਆਂ ਦੇ ਅੱਗੇ ਹਾਰ ਗਏ, ਏਲੀ ਦੇ ਦੋਨੇ ਪੁੱਤਰ ਮਾਰੇ ਗਏ, ਏਲੀ ਆਪ ਵੀ ਮਾਰੇ ਗਏ, ਸਭ ਕੁਝ ਹੋ ਗਿਆ, ਸਭ ਕੁਝ ਖਤਮ ਹੋ ਗਿਆ ਇੱਕ ਤਰ੍ਹਾਂ ਦਾ। ਉਸ ਤੋਂ ਬਾਅਦ ਇਜ਼ਰਾਈਲੀਆਂ ਨੇ ਪਰਮੇਸ਼ਰ ਦੇ ਅੱਗੇ, ਸਾਨੂੰ ਸਭ ਨੂੰ ਕਹਾਣੀ ਦਾ ਪਤਾ ਅੱਗੇ ਕਿ ਇਜ਼ਰਾਈਲੀਆਂ ਨੇ ਪਰਮੇਸ਼ਰ ਦੇ ਅੱਗੇ, ਸ਼ਮੂਏਲ ਦੇ ਅੱਗੇ ਬੇਨਤੀ ਕੀਤੀ ਕਿ ਯਹੋਵਾ ਸਾਡੇ ਉੱਤੇ ਇੱਕ ਪਾਤਸ਼ਾਹ ਨੂੰ ਠਹਿਰਾ ਦੇ, ਕਿਉਂਕਿ ਜੋ ਵੀ ਸਾਡੇ ਤੇ ਹਮਲਾ ਕਰਨ ਆਉਂਦਾ ਕਿ ਕੋਈ ਸਾਨੂੰ ਪ੍ਰੋਟੈਕਟ ਕਰਨ ਵਾਲਾ ਹੋਵੇ, ਸਾਡਾ ਪਾਤਸ਼ਾਹ ਹੋਵੇ, ਜਿਹੜਾ ਸਾਡਾ ਆਗੂ ਹੋਵੇ। ਉਸ ਤੋਂ ਬਾਅਦ ਉਹਨਾਂ ਨੇ ਸੌਲ ਨੂੰ ਠਹਿਰਾਇਆ ਸੀ, ਫਿਰ ਦਾਊਦ ਨੂੰ ਠਹਿਰਾਇਆ, ਹੈ ਨਾ। ਸੌਲ ਵੀ ਪਰਮੇਸ਼ਰ ਦੇ ਮੁਤਾਬਕ ਕੰਮ ਕਰ ਰਿਹਾ ਸੀ, ਦਾਊਦ ਵੀ ਪਰਮੇਸ਼ਰ ਦੇ ਮੁਤਾਬਕ ਕੰਮ ਕਰ ਰਿਹਾ ਸੀਗਾ। ਪਰ ਇਹਨਾਂ ਸਭਨਾਂ ਤੋਂ ਪਹਿਲਾਂ ਜੋ ਉਹਨਾਂ ਦੋ ਇਨਸਾਨਾਂ ਨੇ ਗਲਤੀ ਕੀਤੀ, ਤਾਂ ਉਹਦਾ ਪੂਰਾ ਜਿਹੜਾ ਕੀ ਸੀਗਾ, ਪੂਰੇ ਇਜ਼ਰਾਈਲ ਦੇ ਉੱਤੇ ਆਇਆ, ਕਸ਼ਟ ਆ ਗਿਆ ਇੱਕ ਤਰ੍ਹਾਂ ਦਾ, ਸਭ ਕੁਝ ਉਹਨਾਂ ਤੋਂ ਬਰਬਾਦ ਹੋ ਗਿਆ। ਠੀਕ ਹੈ, ਅੱਜ ਅਸੀਂ ਵੀ ਕਈ ਵਾਰ ਕਿਸੇ ਦੀ ਬਰਬਾਦੀ ਦਾ ਕਾਰਨ ਬਣ ਜਾਂਦੇ ਹਾਂ। ਅਸੀਂ ਵੀ ਕਦੇ ਕਿਸੇ ਦੀ ਉਸ ਬਰਬਾਦੀ ਦਾ ਕਾਰਨ ਸ਼ਾਇਦ ਕਿਸੇ ਇਨਸਾਨ ਲਈ ਬਣ ਜਾਂਦੇ ਹਾਂ, ਸ਼ਾਇਦ ਕਦੇ ਅਸੀਂ ਕਲੀਸਿਆ ਲਈ ਬਣ ਜਾਂਦੇ ਹਾਂ, ਸ਼ਾਇਦ ਕਦੇ ਅਸੀਂ ਵਰਸ਼ਿਪ ਟੀਮ ਲਈ ਵੀ ਬਣ ਜਾਂਦੇ ਹਾਂ, ਜਦੋਂ ਅਸੀਂ ਸਹੀ ਨਹੀਂ ਕਰਦੇ ਕੁਛ। ਸਭ ਕੁਝ ਅੱਜ ਮੇਰਾ ਇਹ ਟੌਪਿਕ ਦੇ ਉੱਤੇ ਕਿਸੇ ਨੂੰ ਉਂਗਲ ਕਰਨ ਦਾ ਇਸ਼ਾਰਾ ਨਹੀਂ ਹੈਗਾ ਕਿ ਮੈਂ ਤੇਰੇ ਤੇ ਦੋਸ਼ ਲਾ ਰਿਹਾ। ਮੈਂ ਸਿਰਫ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਕਿ ਉਸ ਸਮੇਂ ਉਹ ਨੀਮ ਦਾ ਸੰਦੂਕ ਇੰਨਾ ਕੁ ਪਵਿੱਤਰ ਠਹਿਰਾਇਆ ਗਿਆ ਸੀ ਪਰਮੇਸ਼ਰ ਦੀ ਤਰਫ ਤੋਂ ਕਿ ਅਗਰ ਉਹਨੂੰ ਕੋਈ ਛੂਹ ਵੀ ਲੈਂਦਾ ਸੀ ਜਾਣੇ ਅਣਜਾਣੇ 'ਚ ਵੀ, ਤੇ ਉਹ ਮਰ ਸਕਦਾ ਸੀਗਾ। ਤੇ ਅੱਜ ਅਸੀਂ ਕਿਉਂ ਪਰਮੇਸ਼ਰ ਦੀ ਹਜ਼ੂਰੀ ਦਾ ਇਸ ਕਲੀਸਿਆ ਦੇ ਵਿੱਚ ਆ ਕੇ ਮਜ਼ਾਕ ਉਡਾਉਂਦੇ ਹਾਂ? ਇਸ ਕਲੀਸਿਆ ਦੇ ਵਿੱਚ ਹੀ ਨਹੀਂ, ਹਰ ਇੱਕ ਕਲੀਸਿਆ ਦੇ ਵਿੱਚ ਕਿਉਂ ਮਜ਼ਾਕ ਉਡਾਉਂਦੇ ਹਾਂ? ਕਿਉਂਕਿ ਪਰਮੇਸ਼ਰ ਦਾ ਵਚਨ ਹਰ ਕਿਤੇ ਸਹੀ ਹੈ ਤੇ ਸਹੀ ਹੀ ਰਿਹਾ। ਕਿਉਂਕਿ ਪਰਮੇਸ਼ਰ ਨੇ ਇੱਕ ਯਹੋਨਾ 1:1 ਦੇ ਵਿੱਚ ਕਿਹਾ ਕਿ ਆਦਿ ਵਿੱਚ ਸ਼ਬਦ ਸੀ, ਸ਼ਬਦ ਹੀ ਪਰਮੇਸ਼ਰ ਦੇ ਸੰਗ ਸੀ ਤੇ ਸ਼ਬਦ ਹੀ ਪਰਮੇਸ਼ਰ ਸੀ। ਸੋ ਪਰਮੇਸ਼ਰ ਨੇ ਜਦੋਂ ਇੰਨਾ ਵੱਡਾ ਵਾਅਦਾ ਸਾਡੇ ਨਾਲ ਕੀਤਾ, ਕਿਉਂ ਅਸੀਂ ਉਹਦੀ ਹਜ਼ੂਰੀ ਨੂੰ ਇਸ ਤਰੀਕੇ ਠਹਿਰਾਉਂਦੇ ਆ, ਇਸ ਤਰੀਕੇ ਕਹਿੰਦੇ ਆ ਕਿ ਨਹੀਂ ਮੈਂ ਬਦਲ ਗਿਆ, ਅੱਜ ਪਰਮੇਸ਼ਰ ਦੀ ਹਜ਼ੂਰੀ ਇਸ ਤਰੀਕੇ ਦੀ ਕਹਿ ਰਹੀ ਹੈ ਮੈਨੂੰ। ਪਰਮੇਸ਼ਰ ਦੀ ਹਜ਼ੂਰੀ ਕਦੇ ਵੀ ਸਾਨੂੰ ਕੁਝ ਵੀ ਗਲਤ ਕਰਨ ਦੇ ਲਈ ਕਦੇ ਵੀ ਨਹੀਂ ਕਹਿੰਦੀ ਕਿ ਤੂੰ ਆਹ ਚੀਜ਼ ਗਲਤ ਕਰ ਜਾਂ ਆਹ ਚੀਜ਼ ਨੂੰ ਕਰ, ਤੇ ਉਸ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਉੱਤੇ ਦੋਸ਼ ਲਾਈਏ ਕਿ ਪਰਮੇਸ਼ਰ ਦੀ ਹਜ਼ੂਰੀ ਨੇ ਕਿਹਾ ਸੀ। ਪਰਮੇਸ਼ਰ ਦੀ ਹਜ਼ੂਰੀ ਕਦੇ ਸਾਨੂੰ ਨਹੀਂ ਕਹਿੰਦੀ। ਉਹਨੇ ਨਹੀਂ ਸੀ ਕਿਹਾ ਹਾਫਣੀ ਤੇ ਫਿਨਹਾਸ ਨੂੰ ਕਿ ਤੁਸੀਂ ਗਲਤ ਕਰਕੇ ਮੇਰਾ ਸੰਦੂਕ ਲੈ ਕੇ ਆਓ ਤੇ ਫਿਰ ਮੌਤ ਦਾ ਕਾਰਨ ਬਣੋ।
ਏਲੀ ਨੂੰ ਬਾਰ-ਬਾਰ ਉਹਨੇ ਅਹਿਸਾਸ ਕਰਵਾਇਆ ਸੀਗਾ ਕਿ ਤੇਰੇ ਪੁੱਤਰ ਸਹੀ ਨਹੀਂ ਕਰ ਰਹੇ। ਲੋਕਾਂ ਨੇ ਵੀ ਆ ਕੇ ਦੱਸਿਆ ਸੀ ਤੇਰੇ ਪੁੱਤਰ ਸਹੀ ਨਹੀਂ ਕਰ ਰਹੇ, ਪਰ ਏਲੀ ਨੇ ਨਹੀਂ ਸੁਣਿਆ। ਸਭ ਕੁਝ ਬਰਬਾਦ ਹੋਇਆ। ਉਸ ਤੋਂ ਬਾਅਦ ਕਿਸ ਇਨਸਾਨ ਨੇ ਸਹੀ ਕੀਤਾ? ਉਹ ਸੰਦੂਕ ਨੂੰ ਵਾਪਸ ਲੈ ਕੇ ਆਉਣ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਉਹਨਾਂ ਦੇ ਨਾਲ ਹੀ ਸੀ, ਪਰ ਇੱਕ ਪਰਮੇਸ਼ਰ ਨੂੰ ਦਰਸਾਇਆ ਸੀ ਕਿ ਸੰਦੂਕ ਦੇ ਵਿੱਚ ਮੇਰੀ ਹਜ਼ੂਰੀ ਹੈ, ਕਿ ਜਿੱਥੇ ਵੀ ਜਾਓ ਤੁਸੀਂ ਇਹਨੂੰ ਨਾਲ ਲੈ ਕੇ ਜਾਓ ਤੇ ਮੇਰੇ ਨਾਂ 'ਚ ਤੁਹਾਨੂੰ ਫਤਿਹ ਮਿਲੇਗੀ। ਸਭ ਕੁਝ ਨਿਕਲ ਗਿਆ, ਉਹਨਾਂ ਨੇ ਜੋ ਬਰਬਾਦ ਕਰਨਾ ਸੀ ਕਰ ਦਿੱਤਾ, ਸਭ ਕੁਝ ਖਤਮ ਕੀਤਾ। ਹੋਣ ਤੋਂ ਬਾਅਦ ਇਜ਼ਰਾਈਲੀਆਂ ਨੂੰ ਲੰਬੇ ਸਮੇਂ ਬਾਅਦ ਯਾਦ ਆਉਂਦਾ ਕਿ ਇੱਕ ਨੇਮ ਦਾ ਸੰਦੂਕ ਵੀ ਸੀਗਾ ਜਿਹਨੂੰ ਅਸੀਂ ਵਾਪਸ ਵੀ ਲੈ ਕੇ ਆਉਣਾ। ਹਾਲੇਲੂਇਆ। ਲੰਬੇ ਸਮੇਂ ਬਾਅਦ ਉਹਨਾਂ ਨੂੰ ਯਾਦ ਆਉਂਦਾ ਸਾਊਲ ਦਾ ਰਾਜ ਪੂਰਾ ਨਿਕਲ ਗਿਆ, ਪੂਰੇ ਸਾਊਲ ਦਾ ਰਾਜ ਨਿਕਲ ਗਿਆ। ਉਹਨਾਂ ਨੂੰ ਅਹਿਸਾਸ ਨਹੀਂ ਆਇਆ ਕਿ ਨੇਮ ਦਾ ਸੰਦੂਕ ਅਸੀਂ ਲੈ ਕੇ ਆਉਣਾ, ਜੋ ਪਰਮੇਸ਼ਰ ਨੇ ਸਾਡੇ ਲਈ ਬਣਾਇਆ ਸੀ, ਜਿਹਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਸੀ। ਪੂਰੇ ਸਾਊਲ ਦਾ ਰਾਜ ਨਿਕਲ ਗਿਆ, ਉਹ ਪਾਤਸ਼ਾਹ ਬਣ ਕੇ ਵੀ ਹਟ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਜਦੋਂ ਦਾਊਦ ਦਾ ਸਮਾਂ ਆਉਂਦਾ ਕਿ ਹਾਂ ਪਰਮੇਸ਼ਰ ਦਾ ਸੰਦੂਕ ਸੀ, ਜਿਹਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਸੀ, ਜਿਹਨੂੰ ਅਸੀਂ ਇਜ਼ਰਾਈਲ ਦੇ ਵਿੱਚ ਵਾਪਸ ਲੈ ਕੇ ਆਈਏ, ਤਾਂ ਜੋ ਪਰਮੇਸ਼ਰ ਸਾਡੇ ਸੰਗ ਰਹਿ ਸਕੇ, ਸਾਡੇ ਨਾਲ ਰਹਿ ਸਕੇ, ਸਾਡੇ ਨਾਲ ਗੱਲਾਂ ਬਾਤਾਂ ਕਰ ਸਕੇ। ਆਓ ਅਸੀਂ ਦੇਖਦੇ ਹਾਂ ਇੱਕ ਇਤਿਹਾਸ ਉਹਦੇ 13ਵੇਂ ਚੈਪਟਰ ਦੇ ਵਿੱਚ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਅਹਿਸਾਸ ਹੀ ਨਹੀਂ ਆਇਆ ਕਿ ਇਸ ਨੇਮ ਦਾ ਸੰਦੂਕ ਅਸੀਂ ਲੈ ਕੇ ਆਈਏ। ਉਹ ਹਜ਼ੂਰੀ, ਉਹ ਪਰਮੇਸ਼ਰ ਦੀ ਹਜ਼ੂਰੀ ਨੂੰ ਅਸੀਂ ਲੈ ਕੇ ਆਈਏ ਜਿਹੜੀ ਪਰਮੇਸ਼ਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ। ਉਹਦੇ ਵਿੱਚ ਲਿਖਿਆ 13ਵੇਂ ਚੈਪਟਰ 'ਚ ਇੱਕ ਇਤਿਹਾਸ, ਉਹਦੇ 13ਵੇਂ ਚੈਪਟਰ 'ਚ ਕਹਿੰਦਾ ਦਾਊਦ ਨੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਸਗੋਂ ਸਾਰੇ ਹਾਕਮਾਂ ਨਾਲ ਸਲਾਹ ਕੀਤੀ ਅਤੇ ਦਾਊਦ ਨੇ ਇਜ਼ਰਾਈਲ ਦੀ ਸਾਰੀ ਸਭਾ ਨੂੰ ਆਖਿਆ, ਜੇ ਤੁਹਾਨੂੰ ਚੰਗਾ ਲੱਗੇ ਅਤੇ ਜੇ ਇਹ ਯਹੋਵਾ ਸਾਡੇ ਪਰਮੇਸ਼ਰ ਵੱਲੋਂ ਹੋਵੇ ਤਾਂ ਅਸੀਂ ਇਜ਼ਰਾਈਲ ਦੇ ਸਾਰੇ ਦੇਸ਼ ਵਿੱਚ ਆਪਣੇ ਰਹਿੰਦੇ ਭਰਾਵਾਂ ਦੇ ਕੋਲ ਅਤੇ ਉਹਨਾਂ ਦੇ ਨਾਲ ਜਾਜਕਾਂ ਤੇ ਲੇਵੀਆਂ ਦੇ ਕੋਲ, ਉਹਨਾਂ ਦੇ ਸ਼ਹਿਰਾਂ ਤੇ ਉਹਨਾਂ ਦੀਆਂ ਸ਼ਾਮਲਾਤਾਂ ਵਿੱਚ ਹਰ ਥਾਂ ਤੇ ਲੋਕ ਭੇਜ ਕੇ ਉਹਨਾਂ ਨੂੰ ਸੱਦ ਘੱਲੀਏ ਜੋ ਸਾਡੇ ਕੋਲ ਇਕੱਠੇ ਹੋਣ ਅਤੇ ਅਸੀਂ ਆਪਣੇ ਪਰਮੇਸ਼ਰ ਦਾ ਸੰਦੂਕ ਆਪਣੇ ਕੋਲ ਇੱਥੇ ਮੋੜ ਲਿਆਈਏ, ਜੋ ਅਸੀਂ ਸਾਊਲ ਦਿਆਂ ਦਿਨਾਂ ਦੇ ਵਿੱਚ ਖੋਜ ਨਾ ਕੀਤੀ। ਫਿਰ ਉਹਨਾਂ ਨੂੰ ਅਹਿਸਾਸ ਹੋਇਆ ਉਸ ਤੋਂ ਬਾਅਦ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਤੋਂ ਵੱਖਰੇ ਹੋਏ ਹਾਂ, ਸਾਨੂੰ ਜ਼ਰੂਰਤ ਹੈ ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਲੈ ਕੇ ਆਈਏ। ਇਹ ਗੱਲ ਭੁੱਲਣਯੋਗ ਨਹੀਂ ਆ ਕਿ ਸਾਊਲ ਨੂੰ ਪਰਮੇਸ਼ਰ ਨੇ ਮਸਾ ਕੀਤਾ ਸੀਗਾ ਸੈਮੂਅਲ ਦੇ ਥਰੂ ਕਿ ਉਹ ਪਹਿਲਾ ਪਾਤਸ਼ਾਹ ਬਣੇ ਇਜ਼ਰਾਈਲ ਦਾ, ਤੇ ਜਦੋਂ ਸਾਊਲ ਨੇ ਗਲਤੀ ਕੀਤੀ ਸੀ ਉਹਨੇ ਫਿਰ ਦਾਊਦ ਨੂੰ ਵੀ ਮਸਾ ਕੀਤਾ ਸੀ ਕਿ ਉਹ ਵੀ ਰਾਜਾ ਬਣੇ। ਉਹ ਵੀ ਪਰਮੇਸ਼ਰ ਦੇ ਵੱਲੋਂ ਮਸਾ ਕੀਤਾ ਸੀ ਕਿ ਉਹ ਇਜ਼ਰਾਈਲ ਦਾ ਪਾਤਸ਼ਾਹ ਬਣੇ, ਇਜ਼ਰਾਈਲ ਦੇ ਉੱਤੇ ਉਹ ਵੀ ਰਾਜ ਕਰੇ। ਪਰਮੇਸ਼ਰ ਦੀ ਹਜ਼ੂਰੀ ਉਸ ਸਮੇਂ ਵੀ ਸੀ, ਪਰ ਇੱਕ ਅਹਿਸਾਸ ਸੀ, ਇੱਕ ਵਿਸ਼ਵਾਸ ਸੀ ਉਹਨਾਂ ਦਾ ਕਿ ਪਰਮੇਸ਼ਰ ਦੀ ਹਜ਼ੂਰੀ ਉਹ ਸੰਦੂਕ ਦੇ ਵਿੱਚ ਆ, ਕਿ ਅਗਰ ਉੱਥੇ ਸਾਡੇ ਨਾਲ ਹੋਊਗਾ ਤੇ ਸਾਨੂੰ ਕਿੰਨਾ ਜ਼ਿਆਦਾ ਪਰਮੇਸ਼ਰ ਦਾ ਜਿਹੜਾ ਮਸਾ ਸਾਡੇ ਕੋਲੇ ਹੋਊਗਾ। ਉਸ ਚੀਜ਼ ਦਾ ਅਹਿਸਾਸ ਸੀ ਉਹਨਾਂ ਨੂੰ, ਉਸ ਚੀਜ਼ ਦੀ ਇੱਕ ਕਹਿ ਸਕਦੇ ਅਸੀਂ ਉਹਨਾਂ ਦੀ ਸਮਝ ਸੀ, ਉਹਨਾਂ ਦਾ ਵਿਸ਼ਵਾਸ ਸੀ ਕਿ ਹਾਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਆਪਣੇ ਦੇਸ਼, ਆਪਣੇ ਯਰੂਸ਼ਲਮ ਦੇ ਵਿੱਚ ਵਾਪਸ ਲੈ ਕੇ ਆਉਣਾ, ਤਾਂ ਕਿ ਅਸੀਂ ਪਰਮੇਸ਼ਰ ਦੇ ਸੰਗ ਰਹਿ ਸਕੀਏ ਤੇ ਪਰਮੇਸ਼ਰ ਦੀਆਂ ਗੱਲਾਂ ਬਾਤਾਂ ਜਿਵੇਂ ਪਰਮੇਸ਼ਰ ਸਾਡੇ ਨਾਲ ਕਰ ਰਿਹਾ ਸੀ ਅਸੀਂ ਉਵੇਂ ਕਰ ਪਾਈਏ। 15ਵੇਂ ਚੈਪਟਰ ਜਦੋਂ ਅਸੀਂ ਦੇਖਦੇ ਹਾਂ, ਦਾਊਦ ਨੇ ਆਪਣੇ ਲਈ ਆਪਣੇ ਨਗਰ ਵਿੱਚ ਮਹਿਲ ਮਾੜੀਆਂ ਪਵਾਈਆਂ ਅਤੇ ਉਸਨੇ ਪਰਮੇਸ਼ਰ ਦੇ ਸੰਦੂਕ ਲਈ ਵੀ ਇੱਕ ਸਥਾਨ ਬਣਾਇਆ ਅਤੇ ਉਸਦੇ ਲਈ ਇੱਕ ਤੰਬੂ ਖੜਾ ਕੀਤਾ। ਉਸ ਵੇਲੇ ਦਾਊਦ ਨੇ ਆਖਿਆ, ਲੇਵੀਆਂ ਦੇ ਬਾਝੋਂ ਕੋਈ ਵੀ ਪਰਮੇਸ਼ਰ ਦੇ ਸੰਦੂਕ ਚੁੱਕਣ ਯੋਗ ਨਹੀਂ, ਕਿਉਂ ਜੋ ਯਹੋਵਾ ਨੇ ਉਹਨਾਂ ਨੂੰ ਅੰਗੀਕਾਰ ਕੀਤਾ ਹੈ। ਸੋ ਪਰਮੇਸ਼ਰ ਦੇ ਸੰਦੂਕ ਨੂੰ ਚੁੱਕਣ ਅਤੇ ਸਦਾ ਤੋੜੀ ਅੱਗੇ ਸੇਵਾ ਕਰਨ। ਤੇ ਉਸੇ ਹੀ ਤਰ੍ਹਾਂ ਅਸੀਂ ਜਦੋਂ ਅੱਗੇ ਦੇਖਦੇ ਹਾਂ 25 ਆਇਤ ਦੇ ਵਿੱਚ, ਸੋ ਦਾਊਦ ਤੇ ਇਜ਼ਰਾਈਲ ਦੇ ਬਜ਼ੁਰਗ ਹਜ਼ਾਰਾਂ ਦੇ ਸਰਦਾਰ ਤੁਰ ਪਏ ਭਾਈ ਯਹੋਵਾ ਦੇ ਨੇਮ ਦਾ ਸੰਦੂਕ ਨੂੰ ਉਬੇਦ ਅਦੋਮ ਦੇ ਘਰੋਂ ਆਨੰਦ ਨਾਲ ਚੁੱਕ ਲਿਆਉਣ। ਅਤੇ ਅਜਿਹਾ ਹੋਇਆ ਕਿ ਜਿਸ ਵੇਲੇ ਪਰਮੇਸ਼ਰ ਨੇ ਉਹਨਾਂ ਲੇਵੀਆਂ ਦੀ ਸਹਾਇਤਾ ਕੀਤੀ ਜਿਹੜੇ ਯਹੋਵਾ ਦੇ ਨੇਮ ਦਾ ਸੰਦੂਕ ਨੂੰ ਚੁੱਕ ਲਈ ਜਾਂਦੇ ਸਨ, ਉਹਨਾਂ ਨੇ 7 ਬਲਦ ਅਤੇ 7 ਮੇਢੇ ਬਲੀਦਾਨ ਲਈ ਚੜਾਏ। ਹਾਲੇਲੂਇਆ। ਇਹ ਜਿਹੜੇ ਇਨਸਾਨ ਦੀ ਗੱਲ ਕੀਤੀ ਗਈ ਹੈ ਇੱਥੇ, ਅਬੇਦ ਤੇ ਅਦੋਮ, ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਜਣੇ ਇਸ ਕਹਾਣੀ ਨੂੰ ਅਬੇਦ ਤੇ ਅਦੋਮ ਦੀ ਨੂੰ ਵੀ ਜਾਣਦੇ ਹੋ ਇਹਦੇ ਬਾਰੇ, ਕਿ ਇਹ ਵੀ ਉਹ ਇਨਸਾਨ ਸੀ ਜਦੋਂ ਇਹਦੇ ਘਰੇ ਨੇਮ ਦਾ ਸੰਦੂਕ ਗਿਆ ਸੀ ਤੇ ਬਹੁਤ ਬਰਕਤਾਂ ਦੇ ਨਾਲ ਉਹ ਪਰਮੇਸ਼ਰ ਨੂੰ ਭਰਪੂਰਿਆ ਸੀ। ਪਰ ਮੈਂ ਉਸ ਕਹਾਣੀ ਦੇ ਬਾਰੇ ਜ਼ਿਆਦਾ ਤੁਹਾਡੇ ਨਾਲ ਗੱਲਬਾਤ ਨਹੀਂ ਕਰੂੰਗਾ। ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਪਰਮੇਸ਼ਰ ਦੀ ਜਿਹੜੀ ਹਜ਼ੂਰੀ ਸੀ, ਜੋ ਨੇਮ ਦਾ ਸੰਦੂਕ ਸੀ, ਉਹ 2 ਇਨਸਾਨਾਂ ਦੀ ਵਜ੍ਹਾ ਦੇ ਕਰਕੇ ਉਹਨਾਂ ਤੋਂ ਦੂਰ ਹੋਇਆ। ਤੇ ਇੱਕ ਜਦੋਂ ਦਾਊਦ ਪਾਤਸ਼ਾਹ ਬਣਿਆ ਉਸ ਸਮੇਂ ਇਜ਼ਰਾਈਲੀਆਂ ਨੇ ਕਿਹਾ ਤੇ ਉਸ ਇੱਕ ਇਨਸਾਨ ਦੀ ਵਜ੍ਹਾ ਕਰਕੇ ਹਜ਼ੂਰੀ ਆਈ। ਦੋਨਾਂ ਵਿੱਚੋਂ ਅੱਜ ਅਸੀਂ ਕੌਣ ਆ? ਅਸੀਂ ਉਹ ਇੱਕ ਹਾਂ ਕਿ ਅਸੀਂ ਉਹ 2 ਹਾਂ? ਇਹ ਸਾਡੇ ਤੇ ਅੱਜ ਇਹ ਕੋਈ ਦੋਸ਼ ਲਾਉਣ ਵਾਲੀ ਗੱਲ ਨਹੀਂ ਆ, ਜਾਂ ਇਸ ਦੇ ਵਿੱਚ ਇਹ ਨਹੀਂ ਕਿਉਂਕਿ ਮੈਂ ਵੀ ਇੱਥੇ ਖੜਿਆ
ਤੇ ਮੈਂ ਵੀ ਪਰਮੇਸ਼ਰ ਨੂੰ ਹਿਸਾਬ ਦੇਣਾ ਹੈ ਅਗਰ ਮੈਂ ਕਿਸੇ ਤੇ ਦੋਸ਼ ਲਾ ਕੇ ਕੁਝ ਕਹੂੰਗਾ, ਕਿਉਂਕਿ ਮੈਨੂੰ ਵੀ ਹਿਸਾਬ ਦੇਣਾ ਪਊਗਾ ਇਸ ਚੀਜ਼ ਦਾ ਕਿ ਜੋ ਮੈਂ ਲਫ਼ਜ਼ ਬੋਲ ਰਿਹਾ ਕਿ ਮੈਂ ਉਹ ਕਿਸੇ ਦੇ ਲਈ ਬੋਲ ਰਿਹਾ ਜਦ ਵਾਕਿਆ ਹੀ ਪਰਮੇਸ਼ਰ ਦੀ ਰੂਹ ਦੇ ਦੁਆਰਾ ਬੋਲ ਰਿਹਾ। ਸੋ ਅਸੀਂ ਮੈਂ ਅੱਜ ਸਵਾਲ ਹੈ ਕਿ ਅਸੀਂ ਦੋ ਬਣਨਾ ਚਾਹਾਂਗੇ ਜਾਂ ਅਸੀਂ ਉਹ ਇੱਕ ਇਨਸਾਨ ਬਣਨਾ ਚਾਹਾਂਗੇ? ਅਸੀਂ ਇੱਕ ਇਨਸਾਨ ਬਣਨਾ ਚਾਹਾਂਗੇ। ਹਰ ਇੱਕ ਦੀ ਚਾਹਨਾ ਹੋਊਗੀ ਕਿ ਅਸੀਂ ਇੱਕ ਇਨਸਾਨ ਬਣੀਏ ਕਿ ਪਰਮੇਸ਼ਰ ਦੀ ਜੋ ਹਜ਼ੂਰੀ ਹੈ, ਪਰਮੇਸ਼ਰ ਦੀ ਜੋ ਪਵਿੱਤਰ ਆਤਮਾ ਹੈ ਉਹ ਸਾਡੇ ਵਿੱਚ ਵਾਸ ਕਰੇ। ਉਸ ਸਮੇਂ ਬੜਾ ਔਖਾ ਸੀਗਾ, ਪੁਰਾਣੇ ਸਮੇਂ ਦੇ ਵਿੱਚ ਬੜਾ ਔਖਾ ਸੀਗਾ ਕਿ ਪਰਮੇਸ਼ਰ ਦਾ ਸੰਦੂਕ ਹੀ ਉਹਦੇ ਵਿੱਚ ਹਜ਼ੂਰੀ ਸੀ ਤੇ ਉਹਦੇ ਨਾਲ ਨਾਲ ਰਹਿਣਾ, ਸਭ ਕੁਝ ਕਰਨਾ। ਪਰ ਜਦੋਂ ਪ੍ਰਭੂ ਯਿਸੂ ਮਸੀਹ ਆਇਆ, ਉਹਨੇ ਸਾਡੇ ਨਾਲ ਵਾਅਦਾ ਕੀਤਾ ਪਵਿੱਤਰ ਆਤਮਾ ਦੇ ਕੇ ਕਿ ਸਾਨੂੰ ਉਹਦੇ ਦੌਰਾਨ ਹੀ ਹਰ ਇੱਕ ਚੀਜ਼ ਮਿਲ ਸਕਦੀ ਹੈ, ਕਿ ਪਵਿੱਤਰ ਆਤਮਾ ਸਾਡੇ ਵਿੱਚ ਵਾਸ ਕਰ ਗਈ ਹੈ। ਪਵਿੱਤਰ ਆਤਮਾ ਵਾਸ ਕਦੋਂ ਕਰਦੀ ਹੈ? ਪਵਿੱਤਰ ਆਤਮਾ ਵਾਸ ਕਦੋਂ ਕਰਦੀ ਹੈ ਸਾਡੇ ਵਿੱਚ? ਓਕੇ, ਪਵਿੱਤਰ ਆਤਮਾ ਕਦੋਂ ਸਾਡੇ 'ਚ ਵਾਸ ਕਰਦੀ ਹੈ? ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲੈਂਦੇ ਆਪਣੀ ਜ਼ਿੰਦਗੀ 'ਚ, ਅਸੀਂ ਉਹਨੂੰ ਆਪਣਾ ਮੁਕਤੀਦਾਤਾ ਮੰਨ ਲੈਂਦੇ ਹਾਂ, ਉਸੇ ਹੀ ਪਲ ਉਹਦੀ ਆਤਮਾ ਸਾਡੇ ਅੰਦਰ ਆ ਜਾਂਦੀ ਹੈ ਕਿ ਸਾਨੂੰ ਹਰ ਸਮੇਂ ਉਹ ਗਾਈਡ ਕਰ ਸਕੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਫਿਰ ਉਹ ਅਹਿਸਾਸ ਕਰਾਉਂਦੀ ਹੈ ਕਿ ਹਾਂ ਜੇ ਤੂੰ ਸਹੀ ਨਹੀਂ ਕੀਤਾ ਕਿ ਆਹ ਚੀਜ਼ ਤੇਰੇ ਲਈ ਗਲਤ ਸੀ, ਤੂੰ ਇਹਨੂੰ ਸਹੀ ਕਰ, ਇਹ ਇਸ ਤਰੀਕੇ ਨਹੀਂ ਸੀ, ਇਹਨੂੰ ਇਸ ਤਰੀਕੇ ਕਰਨ ਦੀ ਜ਼ਰੂਰਤ ਸੀਗੀ। ਇਹ ਪਰਮੇਸ਼ਰ ਦੀ ਪਵਿੱਤਰ ਆਤਮਾ ਸਾਨੂੰ ਗਾਈਡ ਕਰਦੀ ਹੈ, ਸਮਝਾਉਂਦੀ ਹੈ ਬਿਹਤਰ ਤਰੀਕੇ। ਤੇ ਅੱਜ ਅਸੀਂ ਸਾਰੇ ਬੈਠੇ ਹਾਂ ਇੱਥੇ, ਅੱਜ ਤੱਕ ਜੋ ਵੀ ਹੋਇਆ ਪਿਛਲੇ ਸਮੇਂ ਦੇ ਵਿੱਚ, ਈਵਨ ਕਿ ਅੱਜ ਤੋਂ 1 ਘੰਟਾ ਪਹਿਲਾਂ ਵੀ ਕੀ ਹੋਇਆ, ਵਰਸ਼ੀ ਦੇ ਸਮੇਂ ਤੋਂ ਪਹਿਲਾਂ ਕੀ ਹੋਇਆ, ਸਾਨੂੰ ਨਹੀਂ ਪਤਾ। ਪਰ ਅੱਜ ਹੁਣ ਇਸ ਸਮੇਂ ਦੇ ਵਿੱਚ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਜੇ ਸਾਡੀ ਪਰਮੇਸ਼ਰ ਦੀ ਹਜ਼ੂਰੀ ਸਾਡੇ ਤੋਂ ਦੂਰ ਹੋਈ ਸੀ, ਪਵਿੱਤਰ ਆਤਮਾ ਨੂੰ ਅਸੀਂ ਨਕਾਰਿਆ ਸੀਗਾ, ਤੇ ਪਵਿੱਤਰ ਆਤਮਾ ਨੂੰ ਅਸੀਂ ਵਾਪਸ ਲੈ ਕੇ ਆਪਣੇ ਜੀਵਨਾਂ ਦੇ ਵਿੱਚ ਫਿਰ ਤੋਂ ਕੰਮ ਚਾਹੁੰਦੇ ਹਾਂ ਕਿ ਉਹੀ ਪਰਮੇਸ਼ਰ, ਉਹੀ ਯਹੋਵਾ, ਉਹੀ ਹਜ਼ੂਰੀ ਜਿਹੜੀ ਇਬਰਾਹਿਮ ਦੇ ਨਾਲ ਸੀ, ਇਸਹਾਕ ਦੇ ਨਾਲ ਸੀ, ਯਾਕੂਬ ਦੇ ਨਾਲ ਸੀ, ਮੂਸਾ ਦੇ ਨਾਲ ਸੀ, ਦਾਊਦ ਦੇ ਨਾਲ ਸੀ, ਯਿਸੂ ਮਸੀਹ ਦੇ ਨਾਲ ਵੀ ਸੀ, ਉਹ ਹਜ਼ੂਰੀ ਅੱਜ ਵੀ ਇਸ ਜਗ੍ਹਾ ਤੇ ਹੈ। ਉਹ ਹਜ਼ੂਰੀ ਅੱਜ ਵੀ ਇਸ ਜਗ੍ਹਾ ਤੇ ਹੈ। ਇਹ ਸਾਡੇ ਤੇ ਨਿਰਭਰ ਕਰਦਾ ਕਿ ਅਸੀਂ ਉਸ ਹਜ਼ੂਰੀ ਨੂੰ ਕਿਸ ਤਰੀਕੇ ਲੈ ਰਹੇ ਹਾਂ, ਉਸ ਪਵਿੱਤਰ ਆਤਮਾ ਨੂੰ ਅਸੀਂ ਕਿਸ ਤਰੀਕੇ ਆਪਣੇ ਅੰਦਰ ਰੱਖਿਆ ਹੋਇਆ ਕਿ ਅਸੀਂ ਮੌਕਾ ਦੇ ਰਹੇ ਹਾਂ ਕਿ ਉਹ ਕੰਮ ਕਰੇ, ਕਿ ਅਸੀਂ ਮੌਕਾ ਦੇ ਰਹੇ ਹਾਂ ਪਵਿੱਤਰ ਆਤਮਾ ਅੱਜ ਸਾਡੀ ਜ਼ਿੰਦਗੀ 'ਚ ਕੰਮ ਕਰੇ। ਕੌਣ ਕੌਣ ਵਿਸ਼ਵਾਸ ਕਰਦਾ ਤੇ ਕੌਣ ਕੌਣ ਕਹਿੰਦਾ ਕਿ ਹਾਂ ਮੈਂ ਮੌਕਾ ਦਿੰਦਾ ਹੁੰਨਾ ਕਿ ਉਹ ਕੰਮ ਕਰੇ, ਤੇ ਜਿਨ੍ਹਾਂ ਨੇ ਮੌਕਾ ਦਿੱਤਾ ਕਿ ਪਰਮੇਸ਼ਰ ਨੇ ਕੰਮ ਕੀਤਾ ਕਿ ਨਹੀਂ ਕੀਤਾ? ਹਾਲੇਲੂਇਆ। ਪਰਮੇਸ਼ਰ ਦੀ ਹਜ਼ੂਰੀ ਕੰਮ ਕਰਦੀ ਹੈ, ਹਾਲਾਤ ਜਿੱਦਾਂ ਦੇ ਵੀ ਹੋਣ ਮੈਟਰ ਉਹ ਨਹੀਂ ਕਰਦਾ। ਹਾਲੇਲੂਇਆ। ਮੈਟਰ ਉਹ ਨਹੀਂ ਕਰਦਾ ਹਾਲਾਤ ਕਿੱਦਾਂ ਦੇ ਵੀ ਹੋਣ, ਪਰਮੇਸ਼ਰ ਦੀ ਬਰਕਤ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜੇ ਅਸੀਂ ਬਣੇ ਹੋਏ ਆ, ਫਿਰ ਉਹਦੀ ਜਿਹੜੀ ਸ਼ਾਂਤੀ ਹੈ ਸਾਡੇ ਵਿੱਚ ਰਹਿੰਦੀ ਹੈ। ਬੀਤੇ ਸਮੇਂ ਦੇ ਵਿੱਚ ਮੈਂ ਆਪਣੀ ਗਵਾਹੀ ਇਹਦੇ ਨਾਲ ਸ਼ੇਅਰ ਕਰਨੀ ਚਾਹੁੰਦਾ। ਇਸ ਦਸੰਬਰ ਮੰਥ ਤੋਂ ਲੈ ਕੇ ਇਹਨਾਂ 2-3 ਮੰਥ ਦੇ ਵਿੱਚ ਮੈਂ ਇੰਨੀ ਕੁ ਜ਼ਿਆਦਾ ਪ੍ਰੋਬਲਮ ਦੇ ਵਿੱਚ ਸੀ, ਇੰਨੀ ਕੁ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰ ਰਿਹਾ ਸੀਗਾ, ਹਰ ਇੱਕ ਹਾਲਾਤ ਨੂੰ ਲੈ ਕੇ, ਮੇਰੇ ਵੀਜ਼ੇ ਨੂੰ ਲੈ ਕੇ, ਘਰ ਦੇ ਰੈਂਟ ਨੂੰ ਲੈ ਕੇ, ਆਪਣੇ ਕੱਪੜਿਆਂ ਨੂੰ ਲੈ ਕੇ, ਬੇਬੀ ਦੇ ਆਉਣ ਦੇ ਸਫ਼ਰ ਨੂੰ ਲੈ ਕੇ, ਹਰ ਇੱਕ ਚੀਜ਼ ਨੂੰ ਲੈ ਕੇ, ਹਰ ਇੱਕ ਚੀਜ਼ ਨੂੰ ਲੈ ਕੇ ਮੈਂ ਕਠਿਨਾਈ ਦੇ ਵਿੱਚੋਂ ਲੰਘ ਰਿਹਾ ਸੀਗਾ। ਪਰ ਅਹਿਸਾਸ ਪਤਾ ਕੀ ਹੁੰਦਾ ਸੀ ਕੰਮ ਦੇ ਉੱਤੇ ਵੀ, ਯਹੋਵਾ ਤੇਰਾ ਪਾਕ ਰੂ ਮੇਰਾ ਜ਼ੋਰ ਬਣਦਾ ਹੈ। ਹਾਲੇਲੂਇਆ। ਯਹੋਵਾ ਤੇਰਾ ਪਾਕ ਰੂ ਮੇਰਾ ਜ਼ੋਰ ਬਣਦਾ ਏ। ਤੇ ਉੱਥੇ ਖੜ ਕੇ ਵੀ ਮੈਂ ਵਰਸ਼ਿਪ ਕਰਦਾ ਸੀ। ਜਦੋਂ ਕੰਮ ਦੇ ਉੱਤੇ ਵੀ ਖੜਿਆ ਮੈਂ ਤਕੜਾਈ ਨਾਲ ਵਰਸ਼ਿਪ ਕਰਦਾ ਹੁੰਦਾ ਸੀ, ਕਿਉਂਕਿ ਮੈਨੂੰ ਥੋੜੀ ਜਿਹੀ ਕੰਮ ਦੇ ਉੱਤੇ ਫਰੀਡਮ ਹੈ ਕਿ ਕੋਈ ਮੇਰੇ ਕੋਲੇ ਆਉਂਦਾ ਜਾਂਦਾ ਨਹੀਂ ਜ਼ਿਆਦਾ। ਠੀਕ ਹੈ, ਮੈਂ ਉੱਥੇ ਜਿਵੇਂ ਬੋਲਾਂ ਜਿਵੇਂ ਚਾਹਾਂ ਮੈਂ ਕਰਦਾ ਰਹਿਣਾ, ਮੈਨੂੰ ਕੋਈ ਡਰ ਨਹੀਂ ਹੈ ਉੱਥੇ। ਤੇ ਮੈਂ ਉੱਥੇ ਖੜ ਕੇ ਵੀ ਪਰਮੇਸ਼ਰ ਦੀ ਹਜ਼ੂਰੀ ਨੂੰ ਮਹਿਸੂਸ ਕਰਦਾ ਹੁੰਦਾ ਸੀ। ਬੀਤੇ ਦਿਨਾਂ ਦੇ ਵਿੱਚ, ਪਿਛਲੇ ਤੋਂ ਪਿਛਲੇ ਵੀਕ ਦੇ ਵਿੱਚ ਜਦੋਂ ਮੈਂ ਪ੍ਰਚਾਰ ਦੇ ਬਾਰੇ ਸੋਚ ਰਿਹਾ ਸੀਗਾ, ਮੈਂ ਉੱਥੇ ਖੜਿਆ, ਮੈਂ ਇੱਦਾਂ YouTube ਔਨ ਕੀਤੀ, ਮੈਂ ਕਿਹਾ ਕੋਈ ਵਰਸ਼ਿਪ ਸੌਂਗ ਸੁਣਾ ਮੈਂ, ਤੇ ਪਰਮੇਸ਼ਰ ਨੇ ਗਾਣਾ ਕੱਢਿਆ ਇੱਕ, ਮੈਂ YouTube ਦੇ ਉੱਤੋਂ, ਤੇ ਮੈਂ ਲਗਾਇਆ। ਮੈਂ ਉਹਦੇ ਥੋੜੇ ਜਿਹੇ ਸ਼ਾਰਟ ਕਲਿਪਸ ਕਰਕੇ ਮੈਂ ਸਟੇਟਸ ਵੀ ਪਾਏ। ਕਹਿੰਦਾ ਚੀਰ ਦਿੰਦਾ ਏ ਤੇਰਾ ਕਲਾਮ ਸਮੁੰਦਰਾਂ ਨੂੰ ਜੇ ਤੂੰ ਕਰੇ ਵਿਸ਼ਵਾਸ। ਪਰਮੇਸ਼ਰ ਦਾ ਕਲਾਮ ਸਮੁੰਦਰ ਨੂੰ ਚੀਰ ਦਿੰਦਾ ਜੇ ਤੂੰ ਵਿਸ਼ਵਾਸ ਕਰੇ। ਕਰ ਦਿਲ ਨੂੰ ਤੂੰ ਖਾਲੀ ਕਰੂ ਪਾਕ ਰੂਹੋ ਵਾਸ ਜੇ ਤੂੰ ਕਰੇ ਵਿਸ਼ਵਾਸ। ਮੈਂ ਉਸ ਸਮੇਂ ਪਰਮੇਸ਼ਰ ਨੂੰ ਕਿਹਾ ਕਿ ਤੇਰੀ ਹਜ਼ੂਰੀ ਇੰਨੀ ਕੁ ਜ਼ਿਆਦਾ ਮਹਾਨ ਹੈ, ਇੰਨੀ ਕੁ ਜ਼ਿਆਦਾ ਉਹਦੀ ਤਕੜਾਈ ਹੈ
ਪੈਸਾ ਵੀ ਨਹੀਂ, ਫਾਈਨੈਂਸ ਵੀ ਕੁਛ ਨਹੀਂ, ਹਰ ਇੱਕ ਚੀਜ਼ ਨਾਲ ਜੂਝ ਰਹੇ ਹਾਂ। ਸ਼ਾਇਦ ਕਈ ਭੈਣ ਭਰਾ ਜਾਣਦੇ ਹੋਣਗੇ, ਦੇਖਦੇ ਹੋਣਗੇ ਕਿ ਮੈਂ ਅੰਦਰੋਂ ਕੀ ਆ ਕੋਈ ਨਹੀਂ ਜਾਣਦਾ, ਪਰ ਉੱਤੋਂ ਕੀ ਆ ਸਾਰੇ ਜਾਣਦੇ ਆ, ਦੇਖਦੇ ਆ ਕਿ ਹਮੇਸ਼ਾ ਖੁਸ਼ੀ ਨਾਲ ਹੋਊਗਾ, ਕਦੇ ਚਿਹਰੇ ਤੇ ਸੈਡਨੈਸ ਨਹੀਂ ਹੋਊਗੀ। ਬਹੁਤ ਰੇਅਰ ਹੈ, ਬਹੁਤ ਹੀ ਜ਼ਿਆਦਾ ਰੇਅਰ ਹੈ। ਕਦੇ ਵੀ ਮੇਰੇ ਮਨ ਦੇ ਵਿੱਚ ਇਹ ਨਹੀਂ ਹੋਊਗਾ ਕਿ ਯਾਰ ਆਹ ਤਾਂ ਗਲਤ ਹੋ ਗਿਆ, ਯਾਰ ਆਹ ਤਾਂ ਗਲਤ ਹੋ ਗਿਆ। ਉਸ ਸਮੇਂ ਵੀ ਮੇਰੇ ਮਨ ਦੇ ਵਿੱਚ ਇਹੀ ਹੁੰਦਾ ਕਿ ਪਰਮੇਸ਼ਰ ਨੇ ਮੇਰੇ ਤੋਂ ਆਪਣੇ ਰਾਜ ਦੇ ਲਈ ਜੋ ਕੰਮ ਲੈਣੇ ਨੇ ਉਹ ਪਰਮੇਸ਼ਰ ਨੇ ਲੈਣੇ ਹੀ ਲੈਣੇ ਨੇ। ਤਾਂ ਮੈਂ ਕਿਉਂ ਫਿਕਰ ਕਰਾਂ, ਮੈਂ ਕਿਉਂ ਡਰਾਂ? ਪਰਮੇਸ਼ਰ ਦੀ ਹਜ਼ੂਰੀ ਜੋ ਮੇਰੇ ਨਾਲ ਹੈ। ਅਸੀਂ ਗਾਣਾ ਗਾਣੇ ਆ ਕਿ ਯਿਸੂ ਮੇਰੇ ਨਾਲ ਨਾਲ ਰਹਿੰਦਾ ਏ, ਯਿਸੂ ਮੇਰੇ ਨਾਲ ਨਾਲ ਰਹਿੰਦਾ ਏ। ਜੋ ਨਾਲ ਨਾਲ ਰਹਿੰਦਾ ਹੈ ਉਸ ਅਹਿਸਾਸ ਨੂੰ ਤਕੜਾਈ ਨਾਲ ਲੈਣ ਦੀ ਲੋੜ ਹੈ, ਇਸ ਤਰੀਕੇ ਲੈਣ ਦੀ ਲੋੜ ਨਹੀਂ। ਜੇ ਅਸੀਂ ਕਹੀਏ ਕਿ ਅੱਜ ਆਹ ਚੀਜ਼ ਹੋ ਗਈ, ਉਹ ਯਾਰ ਪਰਮੇਸ਼ਰ ਦੀ ਹਜ਼ੂਰੀ ਚਲੀ ਗਈ ਹੈ, ਜਾ ਹੋ ਗਿਆ, ਓ ਮਾਈ ਗੁੱਡਨੈਸ, ਹੁਣ ਕੀ ਬਣੂਗਾ? ਉਹ ਅਸੀਂ ਮਸੀਹ ਨਹੀਂ ਆ, ਮਸੀਹ ਉਹ ਸੀ, ਮਸੀਹ ਉਹ ਸੀ। ਜਿਵੇਂ ਅਸੀਂ ਗਾਣਾ ਗਾਉਣੇ ਨਾ ਕਿ ਇੱਕ ਈਮਾਨ ਦੇ ਸੂਰਮੇ ਹੋਏ ਨੇ, ਇੱਕ ਗਾਣਾ ਬ੍ਰਦਰ ਬਖਸ਼ੀਸ਼ ਆਈ ਥਿੰਕ ਗਾਉਂਦੇ ਹੁੰਦੇ ਕਿ ਜੋ ਈਮਾਨ ਦੇ ਸੂਰਮੇ ਹੋਏ ਸੀ ਉਹ ਜਦ ਜਮਾਏ ਜਾਣਗੇ। ਜਿਹੜੇ ਈਮਾਨ ਰੱਖਦੇ ਨੇ ਉਹ ਜਮਾਏ ਵੀ ਜਾਣਗੇ। ਇਹ ਗੱਲ ਪਰਮੇਸ਼ਰ ਦੇ ਵੱਲੋਂ ਹੈ। ਸੋ ਕਿਉਂ ਅਸੀਂ ਫਿਕਰ ਕਰਦੇ ਹਾਂ ਪਰਮੇਸ਼ਰ ਦੀ ਜਦੋਂ ਹਜ਼ੂਰੀ ਸਾਡੇ ਨਾਲ ਹੈ? ਕਿਉਂ ਨਹੀਂ ਅਸੀਂ ਅੱਜ ਇਸ ਚੀਜ਼ ਨੂੰ ਆਜ਼ਾਦੀ ਨਾਲ ਲੈਂਦੇ ਕਿ ਯਾਰ ਪਰਮੇਸ਼ਰ ਸਾਡੇ ਨਾਲ ਹੈ, ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਤੁਹਾਨੂੰ ਪਤਾ ਅੱਜ ਮੈਂ ਹਰ ਸਮੇਂ ਜਦੋਂ ਵੀ ਹੁਣ ਬੱਚੇ ਦੇ ਨਾਲ ਵੀ ਬੈਠਾ ਹੁੰਦਾ, ਦਾਨੀਆਂ ਦੇ ਨਾਲ, ਉਹ ਰੋ ਰਿਹਾ ਹੁੰਦਾ, ਕਈ ਵਾਰ ਮੈਂ ਗਾਣਾ ਗਾਣਾ ਸ਼ੁਰੂ ਕਰ ਦਿੰਦਾ, ਮੈਂ ਵਰਸ਼ਿਪ ਕਰਨੀ ਸ਼ੁਰੂ ਕਰ ਦਿੰਦਾ। ਉਹ ਰਮਨ ਕਹੂਗੀ ਇਹਨੂੰ ਪਹਿਲਾਂ ਬੁਰਿਆਲ ਆ ਫਿਰ ਵਰਸ਼ਿਪ ਕਰ ਲਈ। ਮੈਂ ਕਹਿ ਦਿੰਦਾ ਕਿਉਂ? ਪਰਮੇਸ਼ਰ ਆਪੇ ਸੈੱਟ ਕਰੂਗਾ ਨਾ, ਮੈਂ ਉਹਦੇ ਲਈ ਮਹਿਮਾ ਕਰ ਰਿਹਾ, ਕੋਈ ਗੱਲ ਨਹੀਂ। ਮੈਂ ਕਿਹਾ ਰੋਣ ਦੇ, ਰੋਣਾ ਵੀ ਜ਼ਰੂਰੀ ਹੈ ਉਹਦੇ ਲਈ, ਹੱਸਣਾ ਵੀ ਜ਼ਰੂਰੀ ਹੈ, ਹਰ ਇੱਕ ਚੀਜ਼ ਜ਼ਰੂਰੀ ਹੈ। ਸੋ ਮੈਂ ਪਰਮੇਸ਼ਰ ਦੀ ਮਹਿਮਾ ਕਰਨੀ ਸ਼ੁਰੂ ਕਰ ਦਿੰਦਾ। ਕਈ ਵਾਰ ਰਮਨ ਮੈਨੂੰ ਕਹਿ ਵੀ ਦਊ ਕਿ ਨਹੀਂ ਇਹ ਚੀਜ਼ ਸਹੀ ਨਹੀਂ ਆ, ਮੈਂ ਕਹਿ ਦਿੰਦਾ ਨਹੀਂ, ਅਗਰ ਅੱਜ ਤੋਂ ਪਰਮੇਸ਼ਰ ਦਾ ਵਚਨ ਇਹਦੇ ਅੰਦਰ ਜਾਣਾ ਸ਼ੁਰੂ ਹੋਊਗਾ ਨਾ, ਜਦੋਂ ਤੱਕ ਉਹ ਬੀਜ ਪੁੰਗਰੂਗਾ ਤੇ ਵੱਡਾ ਕੰਮ ਲੈ ਕੇ ਆਊਗਾ। ਹਾਲੇਲੂਇਆ। ਮੈਂ ਕਿਹਾ ਜਦੋਂ ਪਰਮੇਸ਼ਰ ਨੇ ਮੈਨੂੰ ਗਾਈਡ ਕੀਤਾ ਸੀ ਕਿ ਇਹਦਾ ਨਾਮ ਦਾਨੀਏਲ ਰੱਖਿਆ ਜਾਵੇ, ਦਾਨੀਏਲ ਇਹ ਨਹੀਂ ਸੀਗਾ ਕਿ ਉਹ ਖੂੰਜੇ 'ਚ ਬੈਠ ਗਿਆ ਸੀਗਾ। ਦਾਨੀਏਲ ਉਹ ਸੀ ਜਿਹਨੂੰ ਸ਼ੇਰਾਂ ਦੇ ਅੱਗੇ ਸਿੱਟਿਆ ਗਿਆ, ਉਹ ਤਕੜਾਈ ਨਾਲ ਬੈਠਿਆ ਕਿ ਪਰਮੇਸ਼ਰ ਦੀ ਹਜ਼ੂਰੀ ਉਹਦੇ ਨਾਲ ਹੈ। ਹਾਲੇਲੂਇਆ। ਪਰਮੇਸ਼ਰ ਦੀ ਹਜ਼ੂਰੀ ਉਹਦੇ ਨਾਲ ਹੈ ਤੇ ਸ਼ੇਰਾਂ ਦੇ ਮੂੰਹ ਵੀ ਉਹਨੇ ਬੰਦ ਕਰ ਦਿੱਤੇ। ਉਹ ਹਜ਼ੂਰੀ, ਉਸ ਤਰੀਕੇ ਦਾ ਨਾਮ, ਉਹ ਦਾਨੀਏਲ, ਉਹ ਗੱਲਾਂ ਬਾਤਾਂ। ਦਾਨੀਏਲ ਨਬੀ ਨੂੰ ਜਿੰਨੇ ਸ਼ੇਰਾਂ ਤੋਂ ਬਚਾਇਆ ਸੀ, ਇਜ਼ਰਾਈਲੀਆਂ ਨੂੰ ਪਾਰ ਲੈ ਕੇ ਗਿਆ ਸੀ। ਹਾਲੇਲੂਇਆ। ਉਹ ਵਿਸ਼ਵਾਸ, ਉਹ ਹਜ਼ੂਰੀ ਸਾਡੇ ਨਾਲ ਹੈ। ਅਸੀਂ ਕਿਉਂ ਅਹਿਸਾਸ ਕਰਦੇ ਹਾਂ, ਕਿਉਂ ਡਰਦੇ ਹਾਂ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਕਿ ਅੱਜ ਸਾਡਾ ਆਹ ਕੰਮ ਨਹੀਂ ਬਣਿਆ ਜਾਂ ਅੱਜ ਸਾਡੀ ਆਹ ਗੱਲਬਾਤ ਨਹੀਂ ਹੋਈ? ਕਿਉਂ ਨਹੀਂ ਤੁਸੀਂ ਇਸ ਤਰੀਕੇ ਅਸੀਂ ਸਾਰੇ ਲੈਂਦੇ? ਮੈਂ ਵੀ ਇਸ ਤਰੀਕੇ ਲਓ ਕਿ ਪਰਮੇਸ਼ਰ ਦੀ ਹਜ਼ੂਰੀ ਹਰ ਵਕਤ, ਹਰ ਪਲ, ਹਰ ਸੈਕਿੰਡ, ਹਰ ਵਕਤ ਸਾਡੇ ਨਾਲ ਹੈ। ਪਰ ਅਸੀਂ ਵੀ ਸਹੀ ਕਰਦੇ ਜਾਈਏ ਤੇ ਬਿਹਤਰ ਹੈ, ਕਿਉਂਕਿ ਅਗਰ ਅਸੀਂ ਸਹੀ ਨਹੀਂ ਕਰਦੇ ਹੋਵਾਂਗੇ, ਅਗਰ ਅਸੀਂ ਕੁਝ ਗੜਬੜ ਦੇ ਵਿੱਚ ਹੋਵਾਂਗੇ, ਕੁਝ ਗਲਤ ਕਰਦੇ ਹੋਵਾਂਗੇ, ਤੇ ਪਰਮੇਸ਼ਰ ਦੀ ਹਜ਼ੂਰੀ ਕਿਸ ਤਰੀਕੇ ਸਾਡੇ ਸਾਥ ਦੇ ਸਕਦੀ ਹੈ? ਤਾਂ ਅੱਜ ਪਰਮੇਸ਼ਰ ਦੇ ਕੇ ਅਸੀਂ ਵਾਅਦਾ ਕਰਾਂਗੇ, ਇੱਕ ਉਹ ਵਾਅਦਾ ਕੀ ਕਰਾਂਗੇ ਕਿ ਪਰਮੇਸ਼ਰ ਤੇਰੀ ਹਜ਼ੂਰੀ ਨੂੰ ਮੈਂ ਦੂਰ ਲੈ ਕੇ ਜਾਣ ਦਾ ਕਾਰਨ ਨਹੀਂ ਬਣਾਂਗਾ। ਕਹੋ ਇੱਕ ਦੂਸਰੇ ਨੂੰ ਕਿ ਪਰਮੇਸ਼ਰ ਮੈਂ ਤੇਰੀ ਹਜ਼ੂਰੀ ਨੂੰ ਦੂਰ ਲੈ ਕੇ ਜਾਣ ਦਾ ਕਾਰਨ ਨਹੀਂ ਬਣਾਂਗਾ। ਮੈਂ ਪਰਮੇਸ਼ਰ ਤੇਰੀ ਹਜ਼ੂਰੀ ਨੂੰ ਦੂਰ ਲੈ ਕੇ ਜਾਣ ਦਾ ਕਾਰਨ ਨਹੀਂ ਬਣਾਂਗਾ। ਮੈਂ ਮਦਦ ਕਰਾਂਗਾ ਜੋ ਪਰਮੇਸ਼ਰ ਮੈਨੂੰ ਕਰਨ ਦੇ ਲਈ ਕਹੇਗਾ, ਕਿਉਂਕਿ ਸਾਨੂੰ ਜ਼ਰੂਰਤ ਹੈ। ਅੱਜ ਇਸ ਸਮੇਂ ਦੇ ਵਿੱਚ ਅਸੀਂ ਬੜੀ ਆਜ਼ਾਦੀ ਨਾਲ ਬੈਠੇ ਹਾਂ ਇਸ ਜਗ੍ਹਾ ਤੇ। ਇੱਦਾਂ ਦੇ ਪਾਸਟਰ ਵੀ ਬੈਠੇ ਨੇ, ਇੱਦਾਂ ਦੇ ਅਪੋਸਟਲ ਵੀ ਬੈਠੇ ਨੇ, ਇੱਦਾਂ ਦੇ ਪ੍ਰੋਫਿਟ ਵੀ ਬੈਠੇ ਨੇ ਜਿਹੜੇ ਹਰ ਸੈਕਿੰਡ, ਹਰ ਵਕਤ ਇੱਕ ਡੇਂਜਰ ਜ਼ੋਨ ਦੇ ਵਿੱਚ ਖੜੇ ਹੁੰਦੇ ਆ ਤੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਕਦੋਂ ਉਹਨਾਂ ਤੇ ਵੀ ਅਟੈਕ ਹੋ ਜਾਵੇ। ਉਹ ਇਸ ਤਰੀਕੇ ਵੀ ਬੈਠੇ ਨੇ। ਪਾਸਟਰ ਯੂਕਰੇਨ ਦੇ ਵੀ ਵਿੱਚ ਬੈਠੇ ਨੇ, ਪ੍ਰਾਰਥਨਾ ਕਰ ਰਹੇ ਨੇ। ਹਾਲੇਲੂਇਆ। ਪਾਸਟਰ ਯੂਕਰੇਨ ਦੇ ਵਿੱਚ ਵੀ ਬੈਠੇ ਨੇ, ਇਨਸਾਨ ਯੂਕਰੇਨ ਦੇ ਵਿੱਚ ਵੀ ਬੈਠੇ ਸੀਗੇ, ਪ੍ਰਾਰਥਨਾ ਕਰ ਰਹੇ ਨੇ। ਮੈਂ ਇੱਕ ਤਸਵੀਰ ਦੇਖ ਰਿਹਾ ਸੀਗਾ, ਸਾਰੇ ਲੋਕ ਜਦੋਂ ਰੂਸ ਨੇ ਹਮਲਾ ਕੀਤਾ ਸਾਰੇ ਸਹਿਮੇ ਹੋਏ ਬੈਠੇ, ਸਭ ਕੁਝ ਹੋ ਰਿਹਾ। ਕਹਾਣੀ ਦਾ ਤਾਂ ਮੈਂ ਨਹੀਂ ਦੱਸਾਂਗਾ ਕੀ, ਪਰ ਉਹਦੇ ਵਿੱਚੋਂ ਜੋ ਮੈਨੂੰ ਸਾਰੀਆਂ ਗੱਲਾਂ ਦੇ ਵਿੱਚੋਂ ਇੱਕ ਚੰਗੀ ਗੱਲ ਲੱਭੀ, ਉਹ ਇਹ ਲੱਭੀ ਇੱਕ ਤਸਵੀਰ ਦੇ ਵਿੱਚ ਸਾਰੇ ਲੋਕ ਬੈਠੇ ਆ ਤੇ ਪ੍ਰਾਰਥਨਾ ਕਰ ਰਹੇ ਆ ਕਿ ਪਰਮੇਸ਼ਰ ਇੱਕ ਵੱਡਾ ਬ੍ਰੇਕ ਥਰੂ ਦੇ। ਹਾਲੇਲੂਇਆ। ਕਿ ਪਰਮੇਸ਼ਰ ਇੱਕ ਵੱਡਾ ਬ੍ਰੇਕ ਥਰੂ ਦੇ। ਕਿਉਂ? ਉਹ ਭੱਜ ਵੀ ਸਕਦੇ ਸੀ ਉੱਥੋਂ, ਮੌਕਾ ਵੀ ਦਿੱਤਾ, ਜਾ ਸਕਦੇ ਸੀਗੇ, ਪਰ ਕਿਉਂ ਕਹਿ ਰਹੇ ਨੇ?
ਕਿਉਂਕਿ ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਅਹਿਸਾਸ ਕੀਤਾ ਹੋਇਆ ਕਿ ਪਰਮੇਸ਼ਰ ਹਰ ਇੱਕ ਚੀਜ਼ ਨੂੰ ਕਰਨ ਦੀ ਸਮਰੱਥ ਰੱਖਦਾ ਹੈ। ਸਾਰੀ ਬਾਈਬਲ ਅਗਰ ਜਦੋਂ ਅਸੀਂ ਪੜ੍ਹੀਏ, ਇਹ ਪੂਰੀ ਬਾਈਬਲ ਦੇ ਵਿੱਚ ਕਿਤੇ ਨਹੀਂ ਲਿਖਿਆ, ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਮੇਰੇ ਤੋਂ ਵੱਖਰਾ ਹੋ ਕੇ ਕੁਝ ਕਰ ਸਕਦੇ ਹੋ, ਕਿਤੇ ਵੀ ਨਹੀਂ ਲਿਖਿਆ। ਪਰ ਇਹ ਜ਼ਰੂਰ ਲਿਖਿਆ ਕਿ ਤੁਸੀਂ ਮੇਰੇ ਨਾਲ ਉਹ ਹਰ ਇੱਕ ਚੀਜ਼ ਕਰ ਸਕਦੇ ਹੋ ਜੋ ਤੁਸੀਂ ਸੋਚੀ ਵੀ ਨਹੀਂ, ਸਮਝੀ ਵੀ ਨਹੀਂ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਜੋ ਤੇਰੀਆਂ ਅੱਖਾਂ ਨੇ ਨਹੀਂ ਦੇਖਿਆ, ਤੇਰੇ ਕੰਨਾਂ ਨੇ ਨਹੀਂ ਸੁਣਿਆ, ਜੋ ਤੇਰੇ ਦਿਲ ਦੇ ਵਿੱਚ ਵੀ ਨਹੀਂ ਆਇਆ, ਮੈਂ ਉਹ ਚੀਜ਼ਾਂ ਤੁਹਾਡੇ ਲਈ ਰੱਖੀਆਂ ਹੋਈਆਂ ਨੇ। ਫਿਰ ਕਿਉਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਤੋਂ ਭੱਜੀਏ? ਅਸੀਂ ਕਿਉਂ ਪਰਮੇਸ਼ਰ ਤੋਂ ਭੱਜੀਏ? ਅਸੀਂ ਪਰਮੇਸ਼ਰ 'ਚ ਬਣੇ ਰਵਾਂਗੇ ਤੇ ਅੱਜ ਪਰਮੇਸ਼ਰ ਦੀ ਹਜ਼ੂਰੀ ਨੂੰ ਏਕਤਾ ਦੇ ਨਾਲ ਪ੍ਰਾਰਥਨਾ ਕਰਾਂਗੇ। ਮੇਰਾ ਖਿਆਲ ਹੈ ਜਿੰਨੇ ਵੀ ਸਟੇਜ 4 ਜਿਨ੍ਹਾਂ ਨੇ ਕਰ ਚੁੱਕੇ ਨੇ ਤੇ ਜੋ ਸਟੇਜ 4 ਕਰ ਰਹੇ ਨੇ ਨਵੇਂ ਬੈਚ ਦੇ ਵਿੱਚ, ਸਭ ਨੇ ਟੌਪਿਕ ਕਰ ਲਿਆ। ਤੇ ਉਹ ਟੌਪਿਕ ਦੇ ਵਿੱਚ ਇੱਕ ਟੌਪਿਕ ਦੇ ਵਿੱਚ ਹੈ, ਹੁਣ ਮੇਰੇ ਟੌਪਿਕ ਦਾ ਨਾਮ ਨਹੀਂ ਯਾਦ, ਪਰ ਉਹਦੇ ਵਿੱਚ ਇੱਕ ਐਗਜ਼ਾਮਪਲ ਲਈ ਗਈ ਸੀਗੀ ਪਾਸਟਰ ਜੋਨੀ ਦੀ ਤਰਫ ਤੋਂ। ਕਹਿੰਦੇ ਅਮਰੀਕਾ ਦੇ ਵਿੱਚ ਇੱਕ ਬਿਲਡਿੰਗ ਦੇ ਵਿੱਚ ਪਰਮੇਸ਼ਰ ਦੇ ਦਾਸ ਬੈਠੇ ਪ੍ਰਾਰਥਨਾ ਕਰ ਰਹੇ ਸੀਗੇ। ਉਹ ਪ੍ਰਾਰਥਨਾ ਇੰਨੀ ਏਕਤਾ ਵਾਲੀ ਤੇ ਜੋਸ਼ ਵਾਲੀ ਸੀਗੀ, ਸੋਚੋ। ਹੁਣ ਇਸ ਚੀਜ਼ ਦਾ ਅਹਿਸਾਸ ਕਰੋ, ਕੋਈ ਇਹ ਪੁਰਾਣੀ ਇਹ ਗੱਲ ਨਹੀਂ ਕਿ ਹਜ਼ਾਰਾਂ ਸਾਲ ਪੁਰਾਣੀ ਗੱਲ ਹੈ, ਇਹ ਰੀਸੈਂਟਲੀ ਥੋੜੇ ਟਾਈਮ ਪਹਿਲਾਂ ਦੀ ਗੱਲ ਹੈ, ਕੋਈ ਜ਼ਿਆਦਾ ਲੰਬੀ ਟਾਈਮ ਦੀ ਗੱਲ ਨਹੀਂ। ਸੋਚਿਓ ਹੁਣ ਇਸ ਚੀਜ਼ ਦਾ ਅਹਿਸਾਸ ਕਰਿਓ ਕਿ ਪਰਮੇਸ਼ਰ ਦੀ ਹਜ਼ੂਰੀ ਕਿੰਨੀ ਮਹਾਨ ਹੈ। ਜੇ ਅਸੀਂ ਸੱਚੇ ਮਨ ਨਾਲ ਪਰਮੇਸ਼ਰ ਨੂੰ ਠਾਣ ਲਈਏ ਕਿ ਉਹਦੀ ਹਜ਼ੂਰੀ ਨੂੰ ਲੈ ਕੇ ਹੀ ਆਉਣਾ, ਉਹਦੀ ਰੂਹ ਤੋਂ ਅੱਜ ਬਰਕਤ ਲੈਣੀ ਹੈ, ਤੇ ਉਹ ਦੇ ਕੇ ਜਾਂਦਾ। ਅਮਰੀਕਾ ਦੇ ਵਿੱਚ 10 ਲੋਕ ਬੈਠੇ ਇੱਕ ਬਿਲਡਿੰਗ ਦੇ ਵਿੱਚ ਪ੍ਰਾਰਥਨਾ ਕਰ ਰਹੇ ਸੀ। ਉਹਨਾਂ ਦੀ ਏਕਤਾ ਇੰਨੀ ਕੁ ਜ਼ਿਆਦਾ ਮਜ਼ਬੂਤ ਸੀ, ਉਹਨਾਂ ਦੀਆਂ ਪ੍ਰਾਰਥਨਾਵਾਂ ਇੰਨੀਆਂ ਕੁ ਜ਼ਿਆਦਾ ਜੋਸ਼ ਵਾਲੀਆਂ ਸੀਗੀਆਂ ਕਿ ਪਰਮੇਸ਼ਰ ਦੀ ਅੱਗ ਉਸ ਬਿਲਡਿੰਗ ਦੇ ਉੱਤੇ ਆ ਕੇ ਖੜੀ ਹੋ ਗਈ। ਪਰਮੇਸ਼ਰ ਦੀ ਅੱਗ ਉਸ ਬਿਲਡਿੰਗ ਦੇ ਉੱਤੇ ਆ ਕੇ ਖੜੀ ਹੋ ਗਈ। ਹੋਇਆ ਕੀ, ਜਿਹੜੇ ਆਸ-ਪਾਸ ਦੇ ਲੋਕ ਸੀਗੇ ਉਹਨਾਂ ਨੇ ਵੀ ਉਸ ਅੱਗ ਨੂੰ ਦੇਖਿਆ। ਉਹਨਾਂ ਨੂੰ ਕੀ ਲੱਗਿਆ ਕਿ ਇਸ ਬਿਲਡਿੰਗ ਦੇ ਵਿੱਚ ਕੀ ਹੈ, ਅੱਗ ਲੱਗ ਗਈ ਹੈ। ਉਹਨਾਂ ਨੇ ਫਾਇਰ ਵਾਲਿਆਂ ਨੂੰ ਫੋਨ ਕੀਤਾ, ਸਭ ਕੁਝ ਕੀਤਾ। ਉਹ ਜਿਹੜੇ ਅੰਦਰ ਬੈਠੇ ਪ੍ਰਾਰਥਨਾ ਕਰ ਰਹੇ ਸੀਗੇ, ਉਹਨਾਂ ਨੂੰ ਬਾਅਦ 'ਚ ਅਹਿਸਾਸ ਹੋਇਆ ਕਿ ਪਰਮੇਸ਼ਰ ਦੀ ਹਜ਼ੂਰੀ ਕਿੰਨੀ ਭਰਪੂਰੀ ਨਾਲ ਸਾਡੇ ਤੇ ਆਈ ਕਿ ਲੋਕਾਂ ਨੂੰ ਲੱਗਿਆ ਕਿ ਬਿਲਡਿੰਗ ਦੇ ਵਿੱਚ ਅੱਗ ਲੱਗਿਆ, ਪਰ ਉਹ ਅੱਗ ਨਹੀਂ ਸੀ, ਉਹ ਪਰਮੇਸ਼ਰ ਦੀ ਹਜ਼ੂਰੀ ਸੀ, ਉਹਦੀ ਅੱਗ ਸੀ, ਉਹ ਮਸਾ ਸੀਗਾ। ਕੀ ਉਹ ਅੱਗ ਦਾ ਮਸਾ ਅਸੀਂ ਅੱਜ ਨਹੀਂ ਲੈ ਸਕਦੇ? ਉਹ ਫਾਇਰ, ਉਹ ਮਸਾ ਅੱਜ ਅਸੀਂ ਇਸ ਹਾਊਸ ਆਫ ਗਲੋਰੀ ਦੇ ਵਿੱਚ ਵੀ ਲੈ ਸਕਦੇ ਹਾਂ ਕਿ ਪਰਮੇਸ਼ਰ ਤੇਰੀ ਅੱਗ ਤਰ੍ਹਾਂ ਉਹ ਮਸਾ ਇਸ ਚਰਚ ਦੇ ਵਿੱਚ ਆਵੇ ਕਿ ਜੋ ਵਧੀ ਘਟੀ ਇਸ ਚਰਚ ਦੇ ਵਿੱਚ ਹੈ, ਕਿਸੇ ਇਨਸਾਨ ਦੇ ਵਿੱਚ ਹੈ, ਉਹ ਜਲਾ ਕੇ ਰਾਖ ਕਰ ਦੇਵੇ ਤੇ ਉਹਨੂੰ ਤਰੋ ਤਾਜ਼ਾ ਨਵਾਂ ਕਰ ਦੇਵੇ, ਨਵਾਂ ਕਰ ਦੇਵੇ। ਅੱਜ ਕੌਣ ਕੌਣ ਚਾਹੁੰਦੇ ਆ ਕਿ ਅੱਜ ਪਰਮੇਸ਼ਰ ਦਾ ਮਸਾ ਇਸ ਜਗ੍ਹਾ ਤੇ ਆਵੇ ਤੇ ਸਭ ਕੁਝ ਨਵਾਂ ਸਿਰੇ ਤੇ ਨਵਾਂ ਤਾਜ਼ਾ ਹੋ ਜਾਵੇ? ਜਿਨ੍ਹਾਂ ਨੇ ਉਸ ਹਜ਼ੂਰੀ ਨੂੰ ਅਹਿਸਾਸ ਕੀਤਾ, ਜਿਨ੍ਹਾਂ ਨੇ ਅੱਜ ਸਮਝਿਆ ਇਸ ਕਲਾਮ ਨੂੰ, ਇਸ ਹਜ਼ੂਰੀ ਦੇ ਵਚਨ ਨੂੰ ਕਿ ਉਹ ਨੇਮ ਤੇ ਸੰਦੂਕ ਦੇ ਵਿੱਚ ਹਜ਼ੂਰੀ ਸੀ, ਉਹ ਹਜ਼ੂਰੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਸ ਤਰੀਕੇ ਦੇ ਦਿੱਤੀ ਹੈ ਕਿ ਮੈਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਆਓ, ਮੈਂ ਤੁਹਾਨੂੰ ਪਵਿੱਤਰ ਆਤਮਾ ਦਿੰਦਾ। ਕਿੰਨੇ ਜਣੇ ਵਿਸ਼ਵਾਸ ਕਰਦੇ ਹੋ ਕਿ ਅੱਜ ਸਾਡੇ ਵਿੱਚ ਉਹ ਏਕਤਾ ਤੇ ਉਹ ਜੋਸ਼ ਵਾਲੀ ਪ੍ਰਾਰਥਨਾ ਹੈ ਕਿ ਅੱਜ ਇਸੇ ਹੀ ਪਲ ਅਸੀਂ ਪਰਮੇਸ਼ਰ ਦੀ ਹਜ਼ੂਰੀ ਇਸ ਬਿਲਡਿੰਗ ਦੇ ਉੱਤੇ ਵੀ ਲੈ ਕੇ ਆਵਾਂਗੇ, ਇਸ ਬਿਲਡਿੰਗ ਇਸ ਚਰਚ ਦੇ ਵਿੱਚ ਵੀ ਲੈ ਕੇ ਆਵਾਂਗੇ? ਕਿੰਨੇ ਜਣੇ ਵਿਸ਼ਵਾਸ ਕਰਦੇ ਅੱਜ? ਜੇ ਵਿਸ਼ਵਾਸ ਕਰਦੇ ਹੋ ਤੇ ਅਸੀਂ ਸਾਰੇ ਖੜੇ ਹੋਵਾਂਗੇ ਅੱਜ। ਕਿੰਨੇ ਜਣੇ ਵਿਸ਼ਵਾਸ ਕਰਕੇ ਕਹਿ ਰਹੇ ਨੇ ਪੂਰੇ ਜੋਸ਼ ਨਾਲ ਹਾਲੇਲੂਇਆ? ਪਰਮੇਸ਼ਰ ਦੀ ਹਜ਼ੂਰੀ ਅੱਜ ਇਸ ਜਗ੍ਹਾ ਤੇ ਆਵੇਗੀ। ਪਰਮੇਸ਼ਰ ਦੀ ਹਜ਼ੂਰੀ ਅੱਜ ਇਸ ਜਗ੍ਹਾ ਤੇ ਆਵੇਗੀ। ਮੇਰਾ ਈਮਾਨ, ਮੇਰਾ ਵਿਸ਼ਵਾਸ ਕਹਿ ਰਿਹਾ ਅੱਜ ਪਰਮੇਸ਼ਰ ਦੀ ਹਜ਼ੂਰੀ ਇਸ ਜਗ੍ਹਾ ਤੇ ਹੈ ਤੇ ਹੁਣ ਇੱਕ ਇੱਕ ਨੂੰ ਛੂਏਗੀ। ਤੇ ਮੇਰਾ ਸਭ ਨੂੰ ਇਹ ਕਹਿਣਾ ਕਿ ਪਲੀਜ਼ ਆਪਣੇ ਜਗ੍ਹਾ ਤੇ ਖੜੇ ਰਹੋ, ਭਟਕਿਓ ਨਾ। ਰੂਹ ਨੂੰ ਮਹਿਸੂਸ ਕਰਨ ਦੇ ਲਈ, ਰੂਹ ਦੇ ਅਹਿਸਾਸ ਨੂੰ ਲੈਣ ਦੇ ਲਈ ਕੁਝ ਬਿਹਤਰ ਹੋਣ ਵਾਲਾ, ਕੁਝ ਬਿਹਤਰ ਹੋਣ ਵਾਲਾ ਜਿਸ ਜਗ੍ਹਾ ਤੇ। ਆਪਣੇ ਅੱਖਾਂ ਨੂੰ ਬੰਦ ਕਰਾਂਗੇ ਆਪਾਂ, ਆਪਣੇ ਅੱਖਾਂ ਨੂੰ ਬੰਦ ਕਰਾਂਗੇ ਆਪਾਂ। ਹਾਲੇਲੂਇਆ। ਪ੍ਰਾਰਥਨਾ 'ਚ ਜਾਵਾਂਗੇ, ਗੈਰ ਜ਼ੁਬਾਨ ਦੇ ਵਿੱਚ ਜਾਵਾਂਗੇ ਕਿ ਪਰਮੇਸ਼ਰ ਦੀ ਹਜ਼ੂਰੀ ਇਸ ਜਗ੍ਹਾ ਤੇ ਆਵੇ। ਤੇ ਉਹ ਦੋ ਇਨਸਾਨ ਨਹੀਂ ਜਿਹੜੇ ਫਿਨਹਾਸ ਤੇ ਬਣੇ ਸੀਗੇ, ਉਹ ਕਾਰਨ ਬਣੇ ਸੀ ਹਜ਼ੂਰੀ ਨੂੰ ਦੂਰ ਲੈ ਕੇ ਜਾਣ ਦਾ। ਅੱਜ ਅਸੀਂ ਉਹ ਕਾਰਨ ਬਣਾਂਗੇ ਜੋ ਪਰਮੇਸ਼ਰ ਦੀ ਹਜ਼ੂਰੀ ਨੂੰ ਇਸ ਜਗ੍ਹਾ ਤੇ ਲੈ ਕੇ ਆਏਗਾ, ਇੱਕ ਇੱਕ ਨੂੰ ਛੂਏਗਾ, ਇੱਕ ਇੱਕ ਨੂੰ ਟੱਚ ਕਰੇਗਾ, ਇੱਕ ਇੱਕ ਨੂੰ ਬਰਕਤ ਦੇਵੇਗਾ। ਉਹਦੇ ਫਾਈਨੈਂਸ ਤੋਂ, ਉਹਦੇ ਕੰਮਾਂ ਤੋਂ, ਉਹਦੀਆਂ ਲਿਆਕਤਾਂ ਤੋਂ, ਉਹਦੀ ਜ਼ਿੰਦਗੀ ਨੂੰ, ਉਹਦੇ ਸੋਚਾਂ ਤੋਂ, ਹਰ ਇੱਕ ਚੀਜ਼ ਤੋਂ ਪ੍ਰਭੂ ਯਿਸੂ ਮਸੀਹ ਅੱਜ ਇੱਥੇ ਕੁਝ ਕਰੇਗਾ। ਅੱਜ ਯਿਸੂ ਮਸੀਹ ਕੁਝ ਕਰੇਗਾ ਇੱਥੇ। ਹਾਲੇਲੂਇਆ।